ਸਾਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ। ਇੱਕ ਮਹੀਨੇ ਚ ਕੀ ਹੋਇਆ, ਲਿਆਓ ਦਿਓ ਅਖਬਾਰਾਂ ਤੁਸੀਂ ਦਿਓ ਕੱਢ ਕੇ ਨਾਲ। ਤੇ ਕਹਿੰਦੇ ਜੀ ਉੱਥੇ ADGP ਖੜਾ ਸੀ, ਫਲਾਣਾ ਖੜਾ ਸੀ, ਉਹ ਤਾਂ ਥੋੜੀ ਸਰਕਾਰ ਦੇ ਨੌਕਰ ਸੀ ਜੀ, ਜੋ ਉੱਪਰੋਂ ਹੁਕਮ ਆ ਗਿਆ ਉਹਨਾਂ ਨੂੰ ਤਾਂ ਵਜਾ ਦੇਣਾ। ਹੁਣ ਮੇਰਾ ਖਿਆਲ ਹੈ ਕਿਹੜੀ ਸੰਗਤ ਦੱਸੂਗੀ ਇਹ ਗੱਲ ਅਨੰਦਪੁਰ ਸਾਹਿਬ ਦੇ ਵਿੱਚ ਵੀ ਕਿਹਨੇ ਕਰੋਨੇ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਫਰੂਟ ਛਕਿਆ ਜੀ। ਤੁਸੀਂ ਇੱਥੇ ਜਿਹੜੇ ਮਰਜ਼ੀ ਗੁਰੂ ਘਰ 'ਚ ਚਲੇ ਜਾਓ, ਜੇ ਤੁਹਾਨੂੰ ਕਿਤੇ ਫਰੂਟ ਮਿਲ ਜਾਵੇ ਜੀ, ਵੀ ਇੱਕ ਪਾਸੇ ਦੁਨੀਆ ਮਰ ਰਹੀ ਹੈ ਕਰੋਨੇ ਨਾਲ ਜੀ, ਬੰਦੇ ਨੂੰ ਇਹ ਨਹੀਂ ਫਿਕਰ ਮੈਂ ਘਰੋਂ ਨਿਕਲਿਆ ਪਤਾ ਨਹੀਂ ਠੀਕ ਠਾਕ ਘਰੇ ਵੜਨਾ ਵਾਪਸ ਕਿ ਨਹੀਂ, ਤੇ ਸ਼੍ਰੋਮਣੀ ਕਮੇਟੀ ਫਰੂਟ ਖਰੀਦ ਕੇ ਲੈ ਰਹੀ ਹੈ। ਉਹਦੇ ਤੇ ਕੇਸ ਬਣਾਤਾ ਕਿ ਉਹਨੇ 100 ਰੁਪਏ ਦੀ ਚੋਰੀ ਕੀਤੀ ਨਾਢਾ ਸਾਹਿਬ। 100 ਰੁਪਏ ਵਾਲੇ ਨੂੰ ਤਾਂ ਤੁਸੀਂ ਡਿਸਮਿਸ ਕਰਤਾ, ਲੱਖਾਂ ਰੁਪਏ ਵਾਲੇ ਨੂੰ ਤੁਸੀਂ ਰਿਟਾਇਰ ਕਰਤਾ। ਇਹਦੇ ਵਿੱਚ ਸਪਸ਼ਟ ਹੈ ਕਿ ਇਸ ਪਾਪ ਦੇ ਵਿੱਚ ਤੁਸੀਂ ਭਾਗੀਦਾਰ ਹੋ, ਪਰਦੇ ਪਾ ਰਹੇ ਹੋ, ਤੇ ਅਸੀਂ ਪਰਦਾ ਪੈਣ ਨਹੀਂ ਦੇਣਾ ਇਸ ਗੱਲ ਦਾ ਜਿੰਨੀ ਦੇਰ ਤੱਕ ਤੁਸੀਂ ਹਿਸਾਬ ਨਹੀਂ। ਭਾਵੇਂ ਉਹ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਹੈ, ਭਾਵੇਂ ਉਹ ਕੋਈ ਸੰਤ ਮਹਾਤਮਾ ਹੈ, ਭਾਵੇਂ ਉਹ ਕੋਈ ਪ੍ਰਚਾਰਕ ਹੈ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹਦੀ ਜ਼ਬਾਨ ਨਹੀਂ ਖੁੱਲਦੀ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਉਹਨੂੰ ਸਿੱਖ ਕਹਿਣਾ ਵੀ ਮੈਂ ਸਮਝਦਾ ਮੁਨਾਸਿਬ ਨਹੀਂ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ TV ਤੇ। ਜਦੋਂ ਦੇਸ਼ ਲਈ ਅੰਨ ਪੈਦਾ ਕਰਨਾ ਹੁੰਦਾ ਹੈ ਉਦੋਂ ਸਿੱਖਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਜਦੋਂ ਹਮਲਾ ਹੁੰਦਾ ਕਿ ਬਾਹਰੀ ਹਮਲਾਵਰ, ਜਿਵੇਂ ਮੁਗਲਾਂ ਨੇ ਹਮਲੇ ਕੀਤੇ, ਕਿੰਨੇ ਹਮਲੇ ਭਾਰਤ ਦੇ ਉੱਪਰ ਹੋਏ, ਉਦੋਂ ਸਿੱਖ ਬਹਾਦਰ ਤੇ ਸੂਰਮੇ ਬਣ ਜਾਂਦੇ ਆ। ਜਦੋਂ ਅਧਿਕਾਰ ਲੈਣ ਦੀ ਗੱਲ ਆਉਂਦੀ, ਬਰਾਬਰ ਦੇ ਅਧਿਕਾਰਾਂ ਦੀ ਗੱਲ ਆਉਂਦੀ, ਉਦੋਂ ਸਿੱਖ ਜਰਾਇਮ ਪੇਸ਼ਾ ਬਣ ਜਾਂਦੇ ਆ। ਜਦੋਂ ਅਧਿਕਾਰਾਂ ਨੂੰ ਜਦੋਂ ਨਹੀਂ ਮਿਲਦੇ, ਸਿੱਖ ਮੰਗਦੇ ਆ ਅਧਿਕਾਰ, ਤਾਂ ਉਦੋਂ ਅੱਤਵਾਦੀ ਬਣ ਜਾਂਦੇ ਆ। ਸਵਾਲ ਇਹ ਆ ਕਿ ਇੱਕ ਕੌਮ ਦੇ ਇੰਨੇ ਰੂਪ ਇੱਕੋ ਦੇਸ਼ ਦੇ ਵਿੱਚ ਕਿਵੇਂ ਹੋ ਸਕਦੇ ਜਦੋਂ ਕਿਹਾ ਜਾਂਦਾ ਕਿ ਸੰਵਿਧਾਨ ਸਾਰਿਆਂ ਲਈ ਬਰਾਬਰ ਆ, ਅਧਿਕਾਰ ਸਾਰਿਆਂ ਲਈ ਬਰਾਬਰ ਆ। ਸੋ ਇਹੀ ਸਵਾਲ ਮੈਂ ਸਭ ਤੋਂ ਪਹਿਲਾਂ ਮੇਰੇ ਨਾਲ ਇਸ ਸਵਾਲ ਦੇ ਬਾਰੇ ਗੱਲ ਕਰਨੀ ਸੀ। ਉਹ ਮੇਰੇ ਨਾਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੀ। ਪਹਿਲਾਂ ਵੀ ਭਾਈ ਸਾਹਿਬ ਨਾਲ ਅਸੀਂ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਤੇ ਇਹ ਬੜੇ ਧੜੱਲੇ ਨਾਲ ਤੇ ਬੇਬਾਕੀ ਨਾਲ ਆਪਣੀ ਗੱਲਬਾਤ ਖੁੱਲੇ ਸੁਭਾਅ ਨਾਲ ਰੱਖਦੇ ਆ। ਸੋ ਭਾਈ ਸਾਹਿਬ ਦਾ ਸਵਾਗਤ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਵਾਲ ਤੁਸੀਂ ਮੇਰਾ ਸਮਝ ਹੀ ਗਏ ਕਿ ਇੱਕੋ ਕੌਮ ਦੇ ਇੱਕ ਦੇਸ਼ ਦੇ ਵਿੱਚ ਇੰਨੇ ਰੂਪ ਕਿਵੇਂ, ਕਦੇ ਅੱਤਵਾਦੀ, ਕਦੇ ਅੰਨਦਾਤਾ, ਕਦੇ ਕੁਛ, ਕਦੇ ਕੁਛ, ਤਾਂ ਤੁਹਾਡਾ ਇਹਦੇ ਬਾਬਤ ਕੀ ਕਹਿਣਾ? ਮੈਂ ਇਹੀ ਮਹਿਸੂਸ ਕਰਦਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ 7 ਸਦੀਆਂ ਦੀ ਗੁਲਾਮੀ ਦੀ ਜੜ ਪੱਟੀ ਸੀ ਇੱਥੋਂ ਜੀ, ਆਪਣੇ ਸਰਬੰਸ ਨੂੰ ਕੁਰਬਾਨ ਕਰਕੇ ਜੀ। ਗੁਰੂ ਤੇਗ ਬਹਾਦਰ ਸਾਹਿਬ ਚਾਦਰ ਬਣ ਕੇ, ਆਪਣੇ ਤਨ ਦੀ ਚਾਦਰ ਬਣਾ ਕੇ ਹਿੰਦੁਸਤਾਨ ਦੀ ਪੱਤ ਢੱਕ ਲਈ ਜੀ। ਤੇ ਜਿਸ ਕੌਮ ਨੇ ਅੱਜ ਜੋ ਵੀ ਇੱਥੇ ਲੋਕ ਆਜ਼ਾਦੀ ਦਾ ਆਨੰਦ ਮਾਣ ਰਹੇ ਨੇ, ਬਹੁ ਗਿਣਤੀ ਘੱਟ ਗਿਣਤੀ, ਜਿਹੜਾ ਕੁਝ ਵੀ ਅਸੀਂ ਸੁਣਦੇ ਹਾਂ ਜੀ, ਇਹ ਸਾਰਾ ਕੁਝ ਦਸਮ ਪਾਤਸ਼ਾਹ ਦੀ ਬਦੌਲਤ ਹੈ ਜੀ। ਮੈਂ ਇੱਕੋ ਗੱਲ ਕਹਿ ਸਕਦਾ ਕਿ ਜਿਹੜੇ ਬੰਦੇ ਸਿੱਖ ਕੌਮ ਦੇ ਨਾਲ ਇਸ ਤਰ੍ਹਾਂ ਦੀ ਬੇਵਫਾਈ ਕਰ ਰਹੇ ਨੇ ਜੀ, ਇਸ ਨਜ਼ਰੀਏ ਨਾਲ ਸਿੱਖ ਕੌਮ ਨੂੰ ਦੇਖਦੇ ਨੇ, ਅਸਲ ਵਿੱਚ ਇਸ ਦੇਸ਼ ਦੇ ਅਸਲ ਵਿੱਚ ਗਦਾਰ ਉਹ ਨੇ ਜੀ। ਇਸ ਤੋਂ ਵੱਡੀ ਗਦਾਰੀ ਦਸਮ ਪਾਤਸ਼ਾਹ ਨਾਲ, ਦਸਮ ਪਾਤਸ਼ਾਹ ਦੇ ਲਹੂ ਨਾਲ ਜੀ, ਦਸਮ ਪਾਤਸ਼ਾਹ ਦੇ ਅਕੀਦੇ ਨਾਲ ਕੋਈ ਨਹੀਂ ਹੋਰ ਹੋ ਸਕਦੀ। ਕਿਉਂਕਿ ਜਿਸ ਦੇਸ਼ ਦੀ ਪੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਾਈ ਹੋਵੇ ਤੇ ਉਸ ਦਸਮ ਪਾਤਸ਼ਾਹ ਦੇ ਅਨੰਦਪੁਰ ਸਾਹਿਬ ਦੇ ਧਰਤੀ ਤੇ ਸਾਜੇ ਹੋਏ ਪੰਥ ਖਾਲਸੇ ਨਾਲ ਇਹੋ ਜਿਹਾ ਵਿਵਹਾਰ ਕਰਨਾ ਜੀ। ਸੋ ਦੂਸਰਾ ਸਵਾਲ ਤੁਹਾਡਾ ਸੀ ਕਿ ਕਦੇ ਅੰਨਦਾਤਾ, ਅਸਲ ਦੇ ਵਿੱਚ ਸਿੱਖ ਕੌਮ ਜਜ਼ਬਾਤੀ ਕੌਮ ਹੈ ਜੀ, ਅਣਖੀ ਕੌਮ ਹੈ। ਜਿਵੇਂ ਕਈ ਵਾਰੀ ਅਸੀਂ ਦੇਖਦੇ ਹਾਂ ਜਦੋਂ ਤਾਂ ਇਹਨਾਂ ਦੇ ਹਾਲਾਤ ਸੌਖੇ ਹੋ ਜਾਂਦੇ ਨੇ ਜੀ, ਉਦੋਂ ਤਾਂ ਸਾਨੂੰ ਹੋਰ ਨਜ਼ਰ ਨਾਲ ਦੇਖ ਲੱਗਦੇ, ਜਦੋਂ ਇਹ ਫਸ ਜਾਂਦੇ ਨੇ ਇਹੀ ਨੈਸ਼ਨਲ ਮੀਡੀਆ, ਜਿੱਦਣ ਹਜੂਰ ਸਾਹਿਬ ਤੋਂ ਹੀ ਸਾਡੇ ਯਾਤਰੀ ਪੰਜਾਬ ਦੀ ਧਰਤੀ ਤੇ ਪਹੁੰਚੇ ਸੀ ਜੀ, ਉਦੋਂ ਇਹ ਬਕਵਾਸ ਕਰਦੇ ਸੀ ਕਿ ਹਜੂਰ ਨਾਦੇੜ ਸੇ ਚੱਲ ਕਰ ਕਰੋਨਾ ਪੰਜਾਬ ਮੇਂ ਪਹੁੰਚਾ ਜੀ। ਅੱਜ ਇਹੀ ਮੀਡੀਆ, ਉਹੀ ਜ਼ਬਾਨ ਅੱਜ ਕਹਿ ਰਹੀ ਹੈ ਕਿ ਚਾਈਨਾ ਦੇ ਬਾਰਡਰ ਤੇ 1.25 ਲੱਖ ਸੇ ਇੱਕ ਲੜਾਓ ਜੀ। ਅੱਜ ਇਹਨਾਂ ਨੂੰ ਯਾਦ ਆ ਗਿਆ 1.25 ਲੱਖ ਨਾਲ ਇੱਕ ਲੜਨ ਵਾਲਾ ਜੀ। ਤੋ ਇਸ ਕਰਕੇ ਮੈਂ ਇਹ ਕਹਿਣਾ ਕਿ ਜੇ ਇਹੀ ਕੁਛ ਇਹ ਲੋਕ ਕਰਦੇ ਰਹੇ ਨਾ, ਆਖਰਕਾਰ ਹਰ ਚੀਜ਼ ਦੀ ਹੱਦ ਹੁੰਦੀ ਹੈ। ਬਹੁਤ ਹੋ ਗਿਆ 47 ਤੋਂ ਬਾਅਦ ਸਿੱਖਾਂ ਦੇ ਨਾਲ। 47 ਦੇ ਵਿੱਚ ਵੀ ਜੇ ਦੇਸ਼ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਤਾਂ ਸਿੱਖ ਕੌਮ ਦਾ ਹੋਇਆ। ਜ਼ਮੀਨਾਂ ਜਾਇਦਾਦਾਂ ਖੁਰਦ-ਬੁਰਦ ਹੋਈਆਂ, ਸਾਡੀਆਂ ਹੋਈਆਂ ਜੀ। ਪਰਿਵਾਰ ਵਿਛੜੇ, ਸਾਡੇ ਵਿਛੜੇ। ਕਾਰੋਬਾਰ ਖਤਮ ਹੋਏ, ਸਾਡੇ ਹੋਏ। ਉਦੋਂ ਤਾਮਿਲਨਾਡੂ ਦੇ ਵਿੱਚ ਬੈਠੇ ਲੋਕਾਂ ਦੇ ਨਹੀਂ ਹੋਏ। ਸਭ ਤੋਂ ਵੱਧ ਮਾਰ 47 ਦੀ ਜਿਹੜੀ ਪਈ ਹੈ ਉਹ ਪੰਜਾਬ ਨੂੰ ਪਈ ਹੈ। ਬਿਲਕੁਲ। ਤੋ ਬਸ ਮੈਂ ਇਹੀ ਸਮਝਦਾ ਕਿ ਇਹ ਸਾਰੀ ਗੱਲ ਦਾ ਜਸਪਾਲ ਸਿੰਘ ਨਤੀਜਾ ਇਹ ਆ
ਕਿ ਪਿਛਲੇ 70 ਸਾਲਾਂ ਦੇ ਵਿੱਚ ਸਾਨੂੰ ਕੋਈ ਇਹ ਜਿਹਾ ਆਗੂ ਨਹੀਂ ਮਿਲਿਆ ਜੀ ਜਿਹਨੇ ਇਮਾਨਦਾਰੀ ਦੇ ਨਾਲ ਪੰਜਾਬ ਪ੍ਰਸਤੀ ਕੀਤੀ ਹੋਵੇ ਜਾਂ ਜਿਹਨੇ ਪੰਥ ਪ੍ਰਸਤੀ ਕੀਤੀ ਹੋਵੇ। ਇੱਕ ਲੀਡਰ ਤੋਂ ਵੀ ਹੋਣੀ ਇਸ ਕੌਮ ਦਾ ਜਿਹੜਾ ਇਸ ਤਰ੍ਹਾਂ ਸਾਨੂੰ ਰੋਲਿਆ ਗਿਆ, ਇਸ ਤਰ੍ਹਾਂ ਸਾਨੂੰ ਜਿਹੜਾ ਬੇਪਤ ਕੀਤਾ ਗਿਆ, ਚਾਹੇ 84 ਦੀ ਗੱਲ ਹੋਈ, ਚਾਹੇ ਦਿੱਲੀ ਦੇ ਦੰਗੇ ਹੋਏ, ਹਰ ਗੱਲ ਦੇ ਵਿੱਚ ਅਸੀਂ ਟਾਰਗੇਟ ਬਣੇ। ਬਾਬਾ ਜੀ ਜਿਵੇਂ ਹੁਣ ਉੱਥੇ ਚਾਈਨਾ ਦੇ ਬਾਰਡਰ ਤੇ ਝੜਪ ਹੋਈ ਆ ਭਾਰਤ ਤੇ ਚਾਈਨਾ ਦੀ ਫੌਜ ਦੀ, ਉਹਦੇ ਵਿੱਚ 4 ਸਿੱਖ ਮਾਰੇ ਗਏ ਆ। ਆਬਾਦੀ ਦੇ ਹਿਸਾਬ ਨਾਲ ਦੇਖੋ 20 ਟੋਟਲ ਸ਼ਹੀਦ ਹੋਏ ਨੇ ਆ ਫੌਜੀ, ਉਹਦੇ ਵਿੱਚੋਂ 4 ਤਾਂ ਸਿੱਖ ਆ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਮੈਂ ਪਿਛਲੇ ਦਿਨੀ ਇਹ ਬਿਆਨ ਦਿੱਤਾ ਸੀ ਜੀ ਕਿ ਦੇਖੋ ਜਦੋਂ ਤਾਂ ਤੁਸੀਂ ਸਾਡੇ ਜਵਾਨਾਂ ਨੂੰ ਭਰਤੀ ਕਰਨਾ ਹੁੰਦਾ ਜੀ, ਉਦੋਂ ਤਾਂ ਤੁਸੀਂ ਕਹਿੰਦੇ ਹੋ ਵੀ 1.5%, ਹਾਲਾਂਕਿ ਕਦੇ 30 ਤੋਂ ਉੱਪਰ % ਸਾਡੀ ਜਿਹੜੀ ਆ ਕੋਟਾ ਸੀ ਜੀ ਜਿਹੜੀ ਫੌਜ ਦਾ, ਜਦੋਂ ਅੰਗਰੇਜ਼ ਛੱਡ ਕੇ ਗਏ ਨੇ। ਪਰ ਹੌਲੀ ਹੌਲੀ ਘਟਾ ਕੇ ਇਹ 1.5% ਹੋ ਗਿਆ। 1.5% 30 ਤੋਂ ਚੱਲ ਕੇ 1.5% ਹੋ ਗਿਆ। ਤਾਂ ਇੱਥੋਂ ਇੱਕ ਗੱਲ ਦਾ ਸੰਕੇਤ ਮਿਲਦਾ ਵੀ ਸਾਡੇ ਕੋਲ ਕੋਈ ਲੀਡਰ ਨਹੀਂ ਸੀ ਇਮਾਨਦਾਰ, ਨਹੀਂ ਉਹ ਰੌਲਾ ਪਾਉਂਦਾ ਤਾਂ ਇਹ ਸਾਡੇ ਨਾਲ ਕਿਵੇਂ ਹੋ ਸਕਦਾ। ਹੁਣ ਇਹ ਤਾਂ ਹੈ ਨਹੀਂ ਵੀ ਇੱਕੋ ਦਿਨ ਦੇ ਵਿੱਚ 30 ਤੋਂ ਲਿਆ ਕੇ ਉਹਨਾਂ ਨੇ 1.5 ਤੇ ਕਰਤਾ। ਆਫਟਰ ਆਲ ਘਟਾਉਂਦੇ ਆਏ ਹੋਣੇ ਜੀ। ਤੇ ਮੈਂ ਹੁਣ ਇਹ ਹੈਰਾਨ ਹੈ ਇਸ ਗੱਲ ਤੇ ਕਿ 20 ਜਵਾਨ ਜਿਹੜੇ ਸ਼ਹੀਦ ਹੋਏ ਨੇ, ਭਾਵੇਂ ਉਹ ਕਿਤੇ ਦੀ ਵੀ ਹੋਏ, ਮਾਂ ਦਾ ਪੁੱਤ ਮਰਿਆ, ਬੜਾ ਔਖਾ ਹੈ। ਦੁਨੀਆ ਦੇ ਉੱਤੇ ਸਭ ਤੋਂ ਵੱਡਾ ਭਾਰ ਉਸ ਮਾਂ ਪਿਓ ਦੇ ਪੁੱਤ ਦੀ ਅਰਥੀ ਦਾ, ਇਦੋਂ ਵੱਡਾ ਕੋਈ ਭਾਰ ਨਹੀਂ। ਬਿਲਕੁਲ ਸਹੀ ਗੱਲ। ਪਰ 20 ਦੇ ਵਿੱਚੋਂ 4 ਸ਼ਹੀਦ ਹੋਏ ਨੇ। ਮੈਂ ਤਾਂ ਹੁਣ ਇਹ ਪੁੱਛਦਾ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਹੁਣ ਸਾਡੀ ਕਿੰਨੀ % ਹੈ ਜੀ? 20 ਦੇ ਵਿੱਚੋਂ 4 ਸਾਡੇ ਸ਼ਹੀਦ ਹੋਏ ਨੇ ਤੇ ਸਾਡੀ ਕਿੰਨੀ % ਆ? ਤੇ ਲਗਭਗ ਅਸੀਂ ਉੱਥੇ ਹੀ ਜਾ ਪਹੁੰਚੇ ਜਿੱਥੋਂ ਤੁਸੀਂ ਸਾਡੇ ਨਾਲ ਧੱਕਾ ਕਰਕੇ 1.5% ਤੇ ਲਿਆਏ ਹੋ ਜੀ। ਤੇ ਜੇ ਅੱਜ ਤੁਸੀਂ ਅੱਜ ਕਹਿੰਦੇ ਹੋ 1.25 ਲੱਖ ਸੇ ਏਕ ਲੜਾਊ, ਅੱਜ ਤੁਹਾਨੂੰ ਸਿੱਖ ਯਾਦ ਆਉਂਦਾ ਹੈ, ਅੱਜ ਤੁਹਾਡਾ ਮੀਡੀਆ ਜਿਹੜੇ ਖਾਲਸਾਈ ਸਾਡੇ ਨਿਸ਼ਾਨ ਸਾਹਿਬ ਝੰਡੇ ਨੇ ਅੱਜ ਤੁਸੀਂ ਦਿਖਾ ਰਹੇ ਹੋ, ਤਾਂ ਕਮ ਸੇ ਕਮ ਇਮਾਨਦਾਰੀ ਦੇ ਨਾਲ 20 ਦੇ ਵਿੱਚੋਂ 4 ਸ਼ਹੀਦ ਹੋਏ ਨੇ। ਅੱਜ ਬੁਲਾ ਕੇ ਨਰਿੰਦਰ ਮੋਦੀ ਕੈਬਨਿਟ ਬੁਲਾ ਕੇ ਤੇ ਕਰ ਦੇਵੇ ਫੈਸਲਾ, ਜਿੱਥੇ ਹੋਰ ਇਹਨੇ ਆਰਡੀਨੈਂਸ ਲਿਆਉਂਦਾ ਤੇ ਇੱਕ ਆਰਡੀਨੈਂਸ ਸਾਨੂੰ ਇਹ ਵੀ ਦੇ ਦੇਵੇ। ਤੇ ਕਮ ਸੇ ਕਮ ਜਿਹੜੇ ਸਾਡੇ ਬੱਚੇ ਨੇ ਉਹ ਨਸ਼ਿਆਂ 'ਚ ਨਾ ਮਰਨ, ਜਿਹੜੇ ਸਾਡੇ ਬੱਚੇ ਬਾਹਰ ਨੂੰ ਭੱਜਦੇ ਨੇ ਉਧਰ ਨੂੰ ਨਾ ਜਾਣ, ਤੇ ਉਹਨਾਂ ਨੂੰ ਇੱਕ ਉਮੀਦ ਹੋਵੇ ਕਿ ਮੈਂ ਫੌਜ ਦੇ ਵਿੱਚ ਚੰਗਾ ਅਫਸਰ ਬਣ ਸਕਦਾ, ਸਿਪਾਹੀ ਬਣ ਸਕਦਾ, ਸੂਬੇਦਾਰ ਬਣ ਸਕਦਾ। ਸੋ ਇਹ ਸਿਰਫ ਮੈਨੂੰ ਇਹ ਲੱਗਦਾ ਕਿ ਸਾਨੂੰ ਜਿਵੇਂ ਬੱਕਰੇ ਦੀ ਤਰ੍ਹਾਂ ਇਹ ਮਤਲਬ ਵਰਤਦੇ ਨੇ ਕਿ ਜਦੋਂ ਲੋੜ ਆਉਂਦੀ ਹੈ ਤੇ ਉਦੋਂ ਚਾਹੇ ਫਿਰ ਪਾਕਿਸਤਾਨ ਦਾ ਬਾਰਡਰ ਹੈ, ਚਾਹੇ ਚਾਈਨਾ ਦਾ ਬਾਰਡਰ, ਉੱਥੇ ਸਾਨੂੰ ਧੱਕ ਦਿੰਦੇ ਨੇ। ਪਰ ਜਦੋਂ ਸਾਨੂੰ ਕੁਝ ਦੇਣ ਦੀ ਵਾਰੀ ਆਉਂਦੀ ਹੈ ਤਾਂ ਉੱਥੋਂ ਇਹ ਜਿਹੜੀ ਹੈ ਸਾਨੂੰ ਅੱਖ ਹੋਰ ਤਰ੍ਹਾਂ ਨਾਲ ਦਿਖਦੀ ਹੈ। ਮੈਨੂੰ ਇਹ ਲੱਗਦਾ ਕਿ ਇਹ ਗੱਲ ਜਿਹੜੀ ਹੈ ਇਸ ਵਕਤ ਹਰ ਸਿੱਖ ਇਸ ਗੱਲ ਨੂੰ ਸੋਚਦਾ। ਇਹਦੇ ਵਿੱਚ ਸਰਕਾਰ ਨੂੰ ਜਿਹੜਾ ਹੁਣ ਵਕਤ ਆ ਗਿਆ ਕਮ ਸੇ ਕਮ ਜਿਹੋ ਜਿਹੇ ਹਾਲਾਤ ਜਿਹੜੇ ਇਸ ਵਕਤ ਦੇਸ਼ ਤੇ ਬਣੇ ਹੋਏ ਨੇ ਜੀ। ਬਾਬਾ ਜੀ ਜਿਵੇਂ ਤੁਸੀਂ ਗੱਲ ਕੀਤੀ ਵਾਰ-ਵਾਰ ਕਿ ਸਾਡੀ ਕੌਮ ਦਾ ਲੀਡਰ ਨਹੀਂ ਹੈਗਾ, ਕੋਈ ਲੀਡਰ ਵੀ ਹੋਣੀ ਆ, ਤਾਂ ਮੇਰਾ ਸਵਾਲ ਇੱਕ ਸਿੱਧਾ ਬਣਦਾ ਕਿ ਤੁਹਾਡੇ ਮੁਤਾਬਕ ਸਿੱਖ ਮੂਰਖ ਨੇ ਜਾਂ ਭੋਲੇ ਨੇ? ਜੇ ਤਾਂ ਮੂਰਖ ਨੇ ਫਿਰ ਤਾਂ ਧੱਕਾ ਇਹਨਾਂ ਨਾਲ ਹੁੰਦਾ ਹੀ ਰਹੇਗਾ, ਮੂਰਖਾਂ ਨਾਲ ਹਮੇਸ਼ਾ ਇਦਾਂ ਹੀ ਹੁੰਦਾ ਆ। ਜੇ ਭੋਲੇ ਆ ਤਾਂ ਇਹਨਾਂ ਨੂੰ ਬੇਵਕੂਫ ਬਣਾਉਣਾ ਬੜਾ ਸੌਖਾ ਚਲਾਕ ਲੋਕਾਂ ਵਾਸਤੇ। ਤੁਸੀਂ ਇਹਦੇ ਬਾਬਤ ਕੀ ਕਹੋਗੇ? ਸਿੱਖ ਨਾ ਮੂਰਖ ਹੋ ਸਕਦਾ ਤੇ ਨਾ ਸਿੱਖ ਭੋਲਾ ਹੋ ਸਕਦਾ ਜੀ, ਕਿਉਂਕਿ ਸਿੱਖ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ ਜੀ। ਜਿਹਦੇ ਅੰਦਰ ਗੁਰੂ ਦੀ ਸਿੱਖਿਆ ਹੋਵੇ ਉਹ ਨਾ ਕਦੇ ਉਹਦੇ 'ਚ ਮੂਰਖਤਾ ਹੀ ਆਉਂਦੀ ਹੈ ਤੇ ਨਾ ਉਹ ਕਦੇ ਭੋਲਾ ਹੋ ਸਕਦਾ। ਗੁਰੂ ਦੀ ਸਿੱਖਿਆ ਮਨੁੱਖ ਨੂੰ ਚੇਤੰਨ ਕਰ ਦਿੰਦੀ ਹੈ, ਗੁਰੂ ਦੀ ਸਿੱਖਿਆ ਮੂਡ ਨਹੀਂ ਬਣਾਉਂਦੀ ਹੈ। ਪਰ ਗੱਲ ਇਹ ਆ ਵੀ ਜਿਹੜਾ ਸਾਡੇ ਨਾਲ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਵੀ ਸਾਡੇ ਕੋਲ ਲੀਡਰ ਕੋਈ ਨਹੀਂ। ਮੈਂ ਉਸ ਗੱਲ ਤੇ ਆਉਣਾ ਜੀ, ਕਿਉਂਕਿ ਅਸੀਂ ਜਿਹਨੂੰ ਵੀ ਲੀਡਰ ਬਣਾਇਆ ਤਾਂ ਉਹਨੇ ਆਪਣੇ ਪਰਿਵਾਰ ਪਾਲੇ, ਉਹਨੇ ਆਪਣਾ ਕੁਨਬਾ ਪਾਲਿਆ, ਉਹਨੇ ਆਪਣੀ ਰਾਜਨੀਤੀ ਚਲਾਈ ਤੇ ਉਹਨੇ ਜਿਹੜਾ ਸਾਡੀ ਪੰਜਾਬ ਦੀ ਆਵਾਜ਼ ਸੀ ਜਾਂ ਸਾਡੀ ਆਵਾਮ ਦੀ ਆਵਾਜ਼ ਸੀ, ਉਸ ਆਵਾਜ਼ ਦਾ ਮੁੱਲ ਵਟਿਆ ਸੈਂਟਰ ਸਰਕਾਰ ਜੀ। ਜੇ ਉਹ ਇਮਾਨਦਾਰੀ ਨਾਲ ਕੰਮ ਕਰਦਾ, ਕੋਈ ਇਹੋ ਜਿਹੀ ਗੱਲ ਨਹੀਂ ਸੀ ਵੀ ਜੇ ਅੱਜ ਸੈਂਟਰ ਦੀ ਸਰਕਾਰ ਨੂੰ ਸਿੱਖਾਂ ਦੀ ਲੋੜ ਆ ਤੇ ਜੇ ਸਾਡਾ ਕੋਈ ਇਮਾਨਦਾਰ ਸਿੱਖ ਲੀਡਰ ਜਾ ਕੇ ਉੱਥੇ ਗੱਲ ਕਰੇ ਤਾਂ ਤੁਹਾਨੂੰ ਕਿਵੇਂ ਲੱਗ ਸਕਦਾ ਵੀ ਇਹ ਨਹੀਂ ਹੋ ਸਕਦਾ? ਜੇ ਕਿਸੇ ਲੀਡਰ ਦੇ ਕਹੇ ਤੇ ਸੈਂਟਰ ਸਰਕਾਰ ਸਹਿਜਧਾਰੀ ਦਾ ਸ਼੍ਰੋਮਣੀ ਕਮੇਟੀ ਦਾ ਇਹ ਮਸਲਾ ਆਰਡੀਨੈਂਸ ਲਿਆ ਕੇ ਹੱਲ ਕਰ ਸਕਦੀ ਆ ਤੇ ਸਾਡੇ ਨਾਲ ਬਾਕੀ ਵੀ ਸਾਰਾ ਕੁਝ ਹੋ ਸਕਦਾ। ਕੌਮ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ। ਕੌਮ ਜਿਹਨੂੰ ਲੀਡਰ ਬਣਾਉਂਦੀ ਆ ਆਖਰ ਨੂੰ ਅਸਲ ਵਿੱਚ ਬੇਈਮਾਨਾ ਉਹ ਕਰਦਾ, ਕਸੂਰ ਇਸ ਗੱਲ ਦਾ ਜੀ। ਬਾਬਾ ਜੀ ਇੱਕ ਮੈਂ ਹੋਰ ਬੜਾ ਅਹਿਮ ਸਵਾਲ ਆ ਕਿ ਪਿਛਲੇ ਕਈ ਸਾਲਾਂ ਤੋਂ ਕੋਈ ਲੀਡਰ ਪੈਦਾ ਨਹੀਂ ਹੋ ਰਿਹਾ ਵਧੀਆ। ਜਦੋਂ ਵੀ ਕੋਈ ਗੱਲ ਹੁੰਦੀ ਹੈ ਸਿੱਖਾਂ ਦੇ ਵੱਲੋਂ ਅਕਸਰ ਹੀ ਜਿਹੜੇ ਚੱਲੇ ਚਲਾਏ ਕਾਰਤੂਸ ਨੇ ਬੁਰੀ ਤਰ੍ਹਾਂ ਰਾਜਨੀਤੀ ਦੇ ਵਿੱਚ ਫੇਲ ਹੋ ਚੁੱਕੇ ਆ, ਔਰ ਜਿਨ੍ਹਾਂ ਦਾ ਇਤਿਹਾਸ ਬੋਲਦਾ ਸਿੱਖਾਂ ਨਾਲ ਧੋਖੇ ਕਰਨ ਦਾ, ਆਖਰ ਨੂੰ ਜਦੋਂ ਲੋੜ ਪੈਂਦੀ ਹੈ ਸਿੱਖ ਹਮੇਸ਼ਾ ਹੀ ਗੱਲ ਕਰਦੇ ਗਏ ਲੀਡਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਤਾਂ ਸਿੱਖਾਂ ਦਾ ਭਲਾ ਹੋਵੇ। ਜਾਂ ਅੱਜ ਕੱਲ੍ਹ ਅਕਸਰ ਹੀ ਚਲੋ ਤੁਹਾਡੀ ਦਾ ਇੱਕ ਧਾਰਮਿਕ ਸੰਸਥਾ ਤੁਸੀਂ ਬਣਾਈ ਹੋਈ ਹੈ ਜਿਹਦੇ ਬਾਰੇ ਮੈਂ ਅੱਗੇ ਕੁਝ ਗੱਲ ਕਰਨੀ ਆ,
ਤਾਂ ਅੱਜ ਵੀ ਲੋਕ ਜਿਹੜੇ ਬਹੁਤੇ ਲੋਕ ਨੇ ਕਹਿਣਗੇ ਜੀ ਕੇਜਰੀਵਾਲ ਨੂੰ ਲਿਆਓ, ਫਲਾਣੇ ਨੂੰ ਲਿਆਓ, ਤਾਂ ਕੀ ਸਮਝ ਨਹੀਂ ਆਉਂਦੀ ਕਿ ਕੀ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਰਾਜਨੀਤੀ ਦਾ ਜਾਂ ਲੀਡਰਸ਼ਿਪ ਦਾ ਬੀਜ ਖਤਮ ਹੋ ਚੁੱਕਾ ਕਿ ਜਿਹੜਾ ਕੇਜਰੀਵਾਲ ਵਰਗੇ ਜਾਂ ਜਿਹੜੇ ਚੱਲੇ ਹੋਏ ਕਾਰਤੂਸ ਨੇ ਵਾਰ-ਵਾਰ ਉਹਨਾਂ ਦੇ ਉੱਪਰ ਟੇਕ ਲਾਉਣੀ ਸਿੱਖਾਂ ਦੀ, ਇਹ ਕਿਉਂ ਧਰਾਇਆ ਜਾਂਦਾ ਹੈ? ਇਹਦੇ ਬਾਬਤ ਗੱਲ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਲੀਡਰ ਪੈਦਾ ਹੋਣਗੇ ਜਸਪਾਲ ਸਿੰਘ, ਹੁਣ ਹੋਣਗੇ ਜੀ। ਅਸਲ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੌਮ ਨੇ ਵਿਸ਼ਵਾਸ ਕੀਤਾ ਹੋਇਆ ਸੀ ਜੀ, ਕੌਮ ਨੂੰ ਕਦੇ ਇਹ ਨਹੀਂ ਸੀ ਲੱਗਦਾ ਕਿ ਇਹ ਇੰਨਾ ਵਿਸ਼ਵਾਸਘਾਤ ਜਿਹੜਾ ਹੈ ਸਾਡੇ ਨਾਲ ਕਰਨਗੇ। ਵਿਸ਼ਵਾਸਘਾਤ ਕੀਤਾ, ਪਰ ਉਹ ਕੁਝ ਇੰਟੈਲੈਕਚੁਅਲ ਲੋਕਾਂ ਨੂੰ ਪਤਾ ਸੀ ਕਿ ਵਿਸ਼ਵਾਸਘਾਤ ਕਰਦਾ, ਕਿਉਂਕਿ ਇੱਕ ਬੁਰਕਾ ਪਾਇਆ ਹੋਇਆ ਸੀ ਧਰਮ ਦਾ ਜੀ, ਜਿਨ੍ਹਾਂ ਦੀ ਪੰਜਾਬ ਦੇ ਵਿੱਚ ਬੋਲੀ ਹੋਰ ਸੀ ਤੇ ਪੰਜਾਬ ਟੱਪ ਕੇ ਬੋਲੀ ਹੋਰ ਸੀ, ਤੇ ਇਸ ਕਰਕੇ ਮੂਰਖ ਮਤਲਬ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਜੇ ਸਿੱਖ ਮੂਰਖ ਹੁੰਦੇ ਤਾਂ ਫਿਰ ਅੱਜ ਵੀ ਉਹਨਾਂ ਦੇ ਮਗਰ ਲੱਗੇ ਰਹਿੰਦੇ, ਤੇ ਅੱਜ ਉਹਨਾਂ ਨੂੰ ਕਿਤੇ ਫੀਲਡ ਦੇ ਵਿੱਚ ਖੜਨ ਨੂੰ ਥਾਂ ਨਹੀਂ ਰਹੀ ਸਿੱਖ ਕੌਮ ਦੇ ਵਿੱਚ। ਜੀ, ਇਸ ਕਰਕੇ ਸਿੱਖ ਕੌਮ ਚੇਤੰਨ ਹੈ। ਸੋ ਰਹੀ ਗੱਲ ਹੁਣ ਲੀਡਰਾਂ ਦੀ, ਕਿਉਂਕਿ ਜਦੋਂ ਕਦੇ ਵੀ ਖਲਾਅ ਪੈਦਾ ਹੁੰਦਾ, ਤੁਸੀਂ ਮਿਸਲਾਂ ਦਾ ਇਤਿਹਾਸ ਪੜ੍ਹ ਲਓ ਜਾਂ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦਾ ਇਤਿਹਾਸ ਪੜ੍ਹ ਲਓ, ਇਹ ਅਸਲ ਦੇ ਵਿੱਚ ਖਲਾਅ ਦੇ ਵਿੱਚੋਂ ਲੀਡਰ ਪੈਦਾ ਹੁੰਦੇ ਨੇ। ਲੀਡਰ ਪੈਦਾ ਹੋਣਗੇ, ਨਵੀਂ ਲੀਡਰਸ਼ਿਪ ਆਊਗੀ, ਚੰਗੀ ਲੀਡਰਸ਼ਿਪ ਆਊਗੀ। ਔਰ ਹੁਣ ਜ਼ਮਾਨਾ ਇੱਥੇ ਪਹੁੰਚ ਗਿਆ, ਹੁਣ ਬੇਈਮਾਨੇ ਕਰਕੇ ਕੰਮ ਨਹੀਂ ਚੱਲਣਾ। ਹੁਣ ਲੀਡਰੀ ਉਸੇ ਦੀ ਚੱਲੂਗੀ ਜਿਹਦੇ ਅੰਦਰ ਇਮਾਨਦਾਰੀ ਹੋਊਗੀ, ਜਿਹਦੇ ਅੰਦਰ ਕੌਮ ਪ੍ਰਸਤੀ ਹੋਊਗੀ, ਪੰਜਾਬ ਪ੍ਰਸਤੀ ਹੋਊਗੀ, ਲੋਕ ਭਲਾਈ ਦਾ ਜਿਹਦੇ ਅੰਦਰ ਜਜ਼ਬਾ ਹੋਊਗਾ ਤੇ ਲੋਕਾਂ ਦੇ ਨਾਲ ਪਿਆਰ ਹੋਊਗਾ। ਹੁਣ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਰਾਜਨੀਤੀ ਦੇ ਸੁਦਾਗਰ ਨੇ ਉਹਨਾਂ ਦਾ ਹੁਣ ਬਹੁਤਾ ਜ਼ਿਆਦਾ ਕੰਮ ਚੱਲਣਾ ਨਹੀਂ। ਇਮਾਨਦਾਰੀ ਜਿਹੜੀ ਆ ਉਹ ਭਾਰੂ ਹੋਊਗੀ। ਬਾਬਾ ਜੀ, ਇੱਕ ਤੁਹਾਡੀ ਜਥੇਬੰਦੀ ਜਿਹੜੀ ਤੁਸੀਂ ਪੰਥਕ ਅਕਾਲੀ ਲਹਿਰ ਬਣਾਈ, ਇਹਦੇ ਬਾਬਤ ਇੱਕ ਸਵਾਲ ਆ ਕਿ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ, ਪ੍ਰਗਟ ਕੀਤਾ। ਸਿਧਾਂਤ ਤਾਂ ਚਲੋ ਗੁਰੂ ਨਾਨਕ ਸਾਹਿਬ ਤੋਂ ਸਾਰਾ ਕੁਝ ਚੱਲਿਆ, ਤਾਂ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਹੋਰ ਸਪਸ਼ਟ ਰੂਪ ਦੇ ਵਿੱਚ ਦੇ ਦਿੱਤਾ, ਅਮਲੀ ਰੂਪ ਦੇ ਵਿੱਚ ਉਹਨਾਂ ਨੂੰ ਧਾਰਨ ਕਰ ਲਈਆਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ। ਲੇਕਿਨ ਤੁਹਾਡਾ ਸਮੇਤ ਭਾਈ ਰਣਜੀਤ ਸਿੰਘ ਜੀ, ਜੋ ਕਿ ਤੁਹਾਡੀ ਪਾਰਟੀ ਦੇ ਮੁਖੀ ਨੇ ਜਥੇਬੰਦੀ ਦੇ ਪੰਥਕ ਅਕਾਲੀ ਲਹਿਰ ਦੇ, ਸਾਰਿਆਂ ਦਾ ਇਹ ਕਹਿਣਾ ਕਿ ਇਹ ਨਿਰੋਲ ਧਾਰਮਿਕ ਸੰਸਥਾ, ਸਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ। ਤਾਂ ਕੀ ਇਹ ਨਹੀਂ ਕਿ ਤੁਸੀਂ ਛੇਵੇਂ ਪਾਤਸ਼ਾਹ ਦਾ ਜਿਹੜਾ ਮੀਰੀ ਦਾ ਪੀਰੀ ਦਾ ਸਿਧਾਂਤ ਬਣਾਇਆ ਹੋਇਆ, ਤੁਹਾਡੀ ਜਿਹੜੀ ਜਥੇਬੰਦੀ ਉਸ ਸਿਧਾਂਤ ਤੋਂ ਲਾਂਭੇ ਜਾ ਰਹੀ ਹੈ? ਮੈਨੂੰ ਲੱਗਦਾ ਕਿ ਤੁਸੀਂ ਸ਼ਾਇਦ ਜਿਹੜੀ ਵੋਟ ਰਾਜਨੀਤੀ ਦਾ ਭੁਲੇਖਾ ਖਾ ਰਹੇ ਹੋ ਜੀ। ਸਿੱਖ ਕੌਮ ਦੇ ਅੰਦਰ ਜਿਹੜੀ ਰਾਜਨੀਤੀ ਛੇਵੇਂ ਪਾਤਸ਼ਾਹ ਨੇ ਆਰੰਭ ਕੀਤੀ ਜੀ, ਦਸਮ ਪਾਤਸ਼ਾਹ ਨੇ ਉਹਨੂੰ ਹੰਡਾਇਆ ਜੀ। ਇਹ ਰਾਜਨੀਤੀ 2 ਤਰ੍ਹਾਂ ਦੀ ਹੈ, ਇੱਕ ਔਰੰਗਜ਼ੇਬ ਦੀ ਸੀ ਦਿੱਲੀ ਦੇ ਤਖਤ ਦੀ, ਇੱਕ ਅਕਾਲ ਤਖਤ ਦੀ। ਤੇ ਜਿਹੜੀ ਅਕਾਲ ਤਖਤ ਦੀ ਰਾਜਨੀਤੀ ਹੈ ਉਹਨੂੰ ਗੁਰਬਾਣੀ ਕਹਿੰਦੀ ਹੈ, ਜੇ ਤੂੰ ਮੀਰ ਮਹੀ ਪਤ ਸਾਹਿਬ ਕੁਦਰਤ ਕੌਣ ਹਮਾਰੀ ਜੀ, ਤੇ ਚਾਰੇ ਕੁੰਟ ਸਲਾਮ ਕਰਾਂਗੇ ਘਰ ਘਰ ਸਿਫਤ ਤੁਮਾਰੀ ਜੀ। ਮੀਰ ਦਾ ਅਰਥ ਪਰਮਾਤਮਾ ਹੈ, ਕਿ ਜੇ ਤੂੰ ਕਿਸੇ ਨੂੰ ਪਾਤਸ਼ਾਹੀ ਦੇ ਦੇਵੇਂ। ਅਸਲ ਦੇ ਵਿੱਚ ਜਿਹੜੀ ਛੇਵੇਂ ਪਾਤਸ਼ਾਹ ਦੀ ਰਾਜਨੀਤੀ ਹੈ ਜਸਪਾਲ ਸਿੰਘ ਜੀ, ਉਹ ਵੋਟ ਰਾਜਨੀਤੀ ਨਹੀਂ ਹੈ, ਠੀਕ ਹੈ। ਉਹ ਰਾਜਨੀਤੀ ਆ ਧਰਮ ਹੇਤ ਗੁਰਦੇਵ ਪਠਾਏ ਜੀ, ਸੰਸਾਰ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਜੀ। ਉਹ ਰਾਜਨੀਤੀ ਸੀ। ਦਸਮ ਪਾਤਸ਼ਾਹ ਨੇ ਇਹ ਜ਼ਬਰ ਤੇ ਜ਼ੁਲਮ ਨੂੰ ਮਿਟਾਉਣ ਵਾਸਤੇ ਸ਼ਮਸ਼ੀਰ ਕੱਢ ਕੇ ਮੈਦਾਨ ਦੇ ਵਿੱਚ ਆਏ, ਆਪਣੇ ਸਰਬੰਸ ਨੂੰ ਕੁਰਬਾਨ ਕਰ ਦਿੱਤਾ ਜੀ। ਤੇ ਜਿਹੜੀ ਵੋਟ ਰਾਜਨੀਤੀ ਆ, ਫਿਰ ਤੁਹਾਨੂੰ ਇਹ ਵੀ ਪਤਾ ਹੈ ਕਿ ਅੱਜ ਜੇ ਤੁਸੀਂ ਕਹਿੰਦੇ ਹੋ ਵੀ ਇਹ ਛੇਵੇਂ ਪਾਤਸ਼ਾਹ ਦਾ ਸਿਧਾਂਤ ਹੈ, ਤੇ ਫਿਰ ਨਸ਼ੇ ਵੀ ਚਾਹੀਦੇ ਨੇ ਜੀ, ਤੇ ਫਿਰ ਤੁਹਾਨੂੰ ਕਰਿੰਦੇ ਵੀ ਚਾਹੀਦੇ ਨੇ, ਫਿਰ ਬੂਥ ਕੈਪਚਰ ਕਰਨੇ ਵਾਲੇ ਗੁੰਡੇ ਵੀ ਚਾਹੀਦੇ ਨੇ, ਫਿਰ ਨਸ਼ੇ ਵੰਡਣੇ ਵਾਲੇ ਵੀ ਚਾਹੀਦੇ ਨੇ। ਇਸ ਕਰਕੇ ਅਸਲ ਵਿੱਚ ਜਿਹੜੀ ਅਸੀਂ ਰਾਜਨੀਤੀ ਕਰ ਰਹੇ ਹਾਂ, ਇਹੀ ਧਰਮ ਦੀ ਰਾਜਨੀਤੀ ਹੈ ਜੀ। ਮੈਂ ਤੁਹਾਨੂੰ ਇੱਕ ਗੱਲ ਮੁੱਕਦੀ ਇਹ ਕਹਿਣਾ, ਹੁਣੇ ਤੁਸੀਂ ਸਵਾਲ ਕੀਤਾ ਕਿ ਸਾਡੇ ਲੀਡਰ ਜੀ, ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ। ਸਾਡਾ ਲੀਡਰ ਕਿਸੇ ਪਾਰਟੀ ਦਾ ਲੀਡਰ ਨਹੀਂ ਹੋ ਸਕਦਾ, ਇਹ ਯਾਦ ਰੱਖਿਓ ਜੀ। ਸਾਡਾ ਲੀਡਰ ਹੋ ਸਕਦਾ ਅਕਾਲ ਤਖਤ ਦਾ ਜਥੇਦਾਰ ਜੀ, ਔਰ ਅਕਾਲ ਤਖਤ ਦੇ ਜਥੇਦਾਰ ਨੂੰ ਵੋਟਾਂ ਦੀ ਲੋੜ ਨਹੀਂ ਹੈ ਜੀ। ਅਕਾਲ ਤਖਤ ਦੇ ਜਥੇਦਾਰ ਨੂੰ ਪਾਰਟੀ ਦੀ ਲੋੜ ਨਹੀਂ। ਜੇ ਅਕਾਲ ਤਖਤ ਦਾ ਜਥੇਦਾਰ ਨਿਰੋਲ ਪੰਥਕ ਹੋਵੇ, ਜੇ ਨਿਰੋਲ ਪੰਥ ਪ੍ਰਸਤ ਹੋਵੇ, ਜਿਹਦੇ ਰੋਮ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਸਿਧਾਂਤ ਪੜਿਆ ਹੋਵੇ, ਤਾਂ ਸਿੱਖ ਕੌਮ ਨੂੰ ਕਦੇ ਖੁਆਰੀ ਨਹੀਂ ਹੋ ਸਕਦੀ। ਗੁਰਪ੍ਰੀਤ ਸਿੰਘ ਤੁਹਾਨੂੰ ਲਿਖ ਕੇ ਦੇ ਸਕਦਾ। ਜੇ ਉਹ ਕੌਮ ਦੀ ਗੱਲ ਕਰੇ, ਦਿੱਲੀ ਦਾ ਤਖਤ ਕੀ ਦੁਨੀਆ ਦੇ ਤਖਤ ਹਿਲ ਜਾਣਗੇ ਜੇ ਇਮਾਨਦਾਰ ਹੋਵੇ। ਅਕਾਲੀ ਫੂਲਾ ਸਿੰਘ ਵਰਗੀ ਜੇ ਅਕਾਲ ਤਖਤ ਦੇ ਜਥੇਦਾਰ 'ਚ ਛਵੀ ਹੋਵੇ, ਤਾਂ ਸਾਨੂੰ ਵੋਟ ਰਾਜਨੀਤੀ ਦੀ ਲੋੜ ਹੀ ਨਹੀਂ ਰਹਿੰਦੀ। ਅਸੀਂ ਇੰਨੇ ਤਕੜੇ ਹੋ ਜਾਂਦੇ ਆ, ਵੋਟਾਂ ਵਾਲੇ ਤਾਂ ਆ ਕੇ ਸਾਡੇ ਉੱਥੇ ਕਦਮਾਂ 'ਚ ਗਿਰਨਗੇ ਵੀ ਸਾਡੇ ਤੇ ਮਿਹਰ ਕਰ ਦਿਓ, ਸਾਡੀ ਸਰਕਾਰ ਬਣਾ ਦਿਓ। ਇਹ ਅਸਲ ਦੇ ਵਿੱਚ ਆਹੀ ਪ੍ਰਚਾਰ ਕਰ ਕਰਕੇ ਸਾਡੇ ਲੀਡਰਾਂ ਨੇ ਕੌਮ ਨੂੰ ਮੂਰਖ ਬਣਾਇਆ ਹੋਇਆ ਕਿ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀ ਗੱਲ ਕੀਤੀ, ਤੇ ਫਿਰ ਹੁਣ ਜਿਹੜੀ ਛੇਵੇਂ ਪਾਤਸ਼ਾਹ ਨੇ ਇਹ ਟੱਬਰ ਪਾਲਣੇ ਵਾਲੀ ਗੱਲ ਕੀਤੀ। ਅੱਜ ਤੁਸੀਂ ਹਾਲਾਤ ਦੇਖੋ ਕੀ ਨੇ। ਇੱਕ ਪਾਰਟੀ ਦੇ ਵਿੱਚ ਇੱਕ ਬੰਦਾ ਜੀ, ਉਹ ਅਕਾਲੀ ਹੈ,
ਤੇ ਉਹਦੀ ਧਰਮ ਪਤਨੀ ਇਸਤਰੀ ਅਕਾਲੀ ਦਲ ਦੀ ਅਹੁਦੇਦਾਰ ਹੈ, ਹਾਂਜੀ। ਤੇ ਉਹਦਾ ਬੱਚਾ ਯੂਥ ਅਕਾਲੀ ਦਲ ਦਾ ਅਹੁਦੇਦਾਰ ਹੈ, ਤੇ ਜਿਹੜਾ ਉਹਦਾ ਪੋਤਾ ਕੋਈ ਕਾਲਜ ਪੜ੍ਹਦਾ ਉਹ SY ਦਾ ਅਹੁਦੇਦਾਰ ਹੈ। ਤੇ ਇਹ ਛੇਵੇਂ ਪਾਤਸ਼ਾਹ ਦੀ ਰਾਜਨੀਤੀ ਦੇ ਕੇ ਗਏ ਨੇ ਸਾਨੂੰ, ਟੱਬਰਵਾਦ ਦੀ। ਜੀ। ਇਹ ਨਹੀਂ, ਇਸ ਕਰਕੇ ਅਸਲ ਲੀਡਰ ਮੈਂ ਜਿਹੜੀ ਗੱਲ ਕੀਤੀ ਹੈ, ਲੀਡਰ ਅਕਾਲ ਤਖਤ ਦਾ ਜਥੇਦਾਰ ਲੀਡ ਕਰੂਗਾ ਔਰ ਪੰਥ ਪ੍ਰਸਤ ਹੋ ਕੇ ਕਰੂਗਾ ਤਾਂ ਕੌਮ ਨੂੰ, ਮੈਂ ਕਹਿੰਦਾ ਕੋਈ ਸਰਕਾਰ ਬਣਾਵੇ ਇੱਥੇ, ਕੋਈ ਮਰਜ਼ੀ ਪਾਰਟੀ ਬਣਾਵੇ ਜੀ, ਕੇਜਰੀਵਾਲ ਬਣਾਵੇ, ਕਾਂਗਰਸ ਦੀ ਹੁਣ ਬਣੀ ਹੋਈ ਹੈ, ਦੂਈ ਤੀਜੀ ਵਾਰ ਬਣ ਗਈ, ਹਾਂਜੀ, ਕੋਈ ਹੋਰ ਪਾਰਟੀ ਬਣਾਵੇ, ਅਕਾਲੀ, ਕੋਈ ਬਣਾਉਣ, ਪਰ ਜੇ ਅਕਾਲ ਤਖਤ ਦੇ ਜਥੇਦਾਰ ਦਾ ਹੱਥ ਮਜ਼ਬੂਤ ਹੋਵੇ ਤਾਂ ਸਿੱਖਾਂ ਨੂੰ ਇਹ ਸੋਚਣ ਦੀ ਵੀ ਲੋੜ ਨਹੀਂ ਪਊਗੀ ਸਾਨੂੰ ਸਰਕਾਰ ਬਣਾਉਣ ਦੀ ਲੋੜ ਹੈ। ਸਿੱਖਾਂ ਨੂੰ ਨਿਆਂ ਅਕਾਲ ਤਖਤ ਤੋਂ ਮਿਲੂਗਾ, ਕਦੇ ਸਰਕਾਰਾਂ ਤੋਂ ਨਿਆਂ ਨਹੀਂ ਸਿੱਖਾਂ ਨੂੰ ਅੱਜ ਤੱਕ ਮਿਲਿਆ। ਤਾਂ ਇਸ ਕਰਕੇ ਇਹੀ ਸਾਨੂੰ ਇੱਕ ਖਦਸ਼ਾ ਕਿ ਸਾਡਾ ਅਕਾਲ ਤਖਤ ਜਿਹੜਾ ਉਹਨੂੰ, ਉਹਦੀ ਜਥੇਦਾਰ ਦੀ ਪਦਵੀ ਨੂੰ, ਅਕਾਲ ਤਖਤ ਦੇ ਸਿਧਾਂਤ ਨੂੰ ਜਿਹੜਾ ਮੌਕੇ ਦੀਆਂ ਸਰਕਾਰਾਂ ਨੇ ਇਸੇ ਕਰਕੇ ਰੋਲਿਆ ਕਿਉਂਕਿ ਉਹ ਜਾਣਦੇ ਨੇ ਕਿ ਅਕਾਲ ਤਖਤ ਦੀ ਤਾਕਤ ਕੀ ਹੈ। ਜੀ ਬਾਬਾ ਜੀ, ਤੁਸੀਂ ਇੱਕ ਮੁੱਦਾ ਚੱਕਿਆ ਹੋਇਆ, ਗੁਰੂ ਗ੍ਰੰਥ ਸਾਹਿਬ ਦੇ 267 ਦੇ ਕਰੀਬ ਜਿਹੜੇ ਸਰੂਪ ਨੇ ਗਾਇਬ ਹੋ ਗਏ ਔਰ ਕੁਝ ਜਿਹੜਾ ਅੰਦਰ ਖਾਤੇ ਇਹਨਾਂ ਨੇ ਗੱਲ ਦੱਬਣ ਲਈ ਸੰਸਕਾਰ ਵੀ ਕਰ ਦਿੱਤੇ, ਸਾਰਾ ਕੁਝ ਕੀਤਾ ਹੋਇਆ। ਸਵਾਲ ਤਾਂ ਇਹ ਹੈ ਕਿ ਸਿੱਖਾਂ ਵਾਸਤੇ ਤਾਂ ਇੱਕ ਸਰੂਪ ਦਾ ਜਾਂ ਇੱਕ ਅੰਗ ਵੀ ਪਾੜ ਜਾਣਾ ਬੜੀ ਮਾੜੀ ਗੱਲ ਹੈ, ਮਨੂਸ ਘਟਨਾ ਮੰਨੀ ਜਾਂਦੀ ਹੈ, ਦੁਖਦਾਈ ਘਟਨਾ ਸਿੱਖਾਂ ਦੇ ਵਿੱਚ ਮੰਨੀ ਜਾਂਦੀ ਆ। ਔਰ ਇੰਨੀ ਬੇਸ਼ਰਮੀ ਦੇ ਨਾਲ ਸ਼੍ਰੋਮਣੀ ਕਮੇਟੀ ਰਾਤੋਂ ਰਾਤ ਇੰਨੀ ਵੱਡੀ ਤਾਦਾਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਵੀ ਕਰਵਾ ਦਿੰਦੀ ਹੈ ਔਰ ਵੇਚੇ ਵੀ ਜਾ ਰਹੇ ਆ ਕਿਸੇ ਤਰੀਕੇ ਨਾਲ ਅੰਦਰ ਖਾਤੇ ਦਾ। ਇਹ ਅੰਦਰ ਦੀਆਂ ਗੱਲਾਂ ਹੈ ਕਿ ਨੇ, ਚੱਲ ਕੀ ਰਿਹਾ ਸ਼੍ਰੋਮਣੀ ਕਮੇਟੀ ਦੇ ਵਿੱਚ? ਇਸੇ ਗੱਲ ਤੋਂ ਤਾਂ ਪੰਥਕ ਅਕਾਲੀ ਲਹਿਰ ਬਣਾਈ ਗਈ ਜੀ। ਇਸੇ ਗੱਲ ਤੋਂ ਭਾਈ ਰਣਜੀਤ ਸਿੰਘ ਪਿੰਡ ਪਿੰਡ ਤੁਰੇ ਫਿਰਦੇ ਨੇ ਜੀ। ਨਹੀਂ, 65 ਸਾਲ ਦੀ ਉਮਰ ਉਹਨਾਂ ਦੀ ਹੋ ਚੱਲੀ, 70 ਸਾਲ ਦੀ, ਤੇ ਕੌਮ ਵਾਸਤੇ ਸਾਰਾ ਕੁਝ ਕਰਕੇ ਜੇ ਸਾਨੂੰ ਦਿਖ ਰਿਹਾ ਕਿ ਸਾਡੇ ਸਾਹਮਣੇ ਘੋਰ ਅੰਧਕਾਰ ਹੈ, ਜੇ ਅਸੀਂ ਕੌਮ ਨਾ ਜਾਗੀ, ਗੁਰੂ ਗ੍ਰੰਥ ਸਾਹਿਬ ਦੇ ਉੱਪਰੋਂ ਸਿੱਖ ਲਈ ਕੁਝ ਨਹੀਂ ਹੈ। ਬਿਲਕੁਲ, ਸਿੱਖ ਦਾ ਜੰਮਣਾ, ਸਿੱਖ ਦਾ ਮਰਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ। ਡੈਫੀਨਿਟਲੀ, ਬੱਚਾ ਜਨਮ ਲੈਂਦਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ, ਕਿਸੇ ਦੀ ਮੌਤ ਹੁੰਦੀ ਆ ਤਾਂ ਭਾਣੇ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ। ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਉੱਤੇ ਕੁਝ ਨਹੀਂ ਹੈਗਾ। ਤੇ ਜਿੰਨਾ ਕੁਝ ਇਹ ਖਾ ਰਹੇ ਨੇ ਜਾਂ ਜਿਹੜੀਆਂ ਗੋਲਕਾਂ ਤੇ ਪੜ ਰਹੇ ਨੇ, ਉਹ ਇਹਨਾਂ ਨੂੰ ਥੋੜੀ ਮੱਥਾ ਟੇਕਦੇ ਨੇ, ਲੋਕੀ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਨੇ। 78 ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਜੀ ਕਰੋੜਾਂ ਦੀ ਗੋਲਕ ਹੈ। ਹੁਣ ਤੁਸੀਂ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ, ਜਿਹਨੂੰ ਅੱਜ ਹਿੰਦੁਸਤਾਨ ਟਾਈਮਸ ਤੁਸੀਂ ਪੜ੍ਹੋ, ਸ਼੍ਰੋਮਣੀ ਕਮੇਟੀ ਦਾ ਮੀਤ ਪ੍ਰਧਾਨ ਸਕੱਤਰ ਮੰਨ ਰਹੇ ਨੇ ਕਿ ਸਾਡੇ 267 ਸਰੂਪ ਮਿਸਿੰਗ ਨੇ ਜੀ। ਤੁਸੀਂ ਪੜ੍ਹ ਲਿਆ ਨਾ? ਹਾਂਜੀ, ਮੈਂ ਕੱਲ ਮੁੱਦਾ ਚੁੱਕਿਆ, ਅੱਜ ਇਹਨਾਂ ਨੇ ਮੰਨ ਲਿਆ ਜੀ। ਹੁਣ ਤੁਸੀਂ ਦੇਖੋ ਵੀ ਕਦੇ ਨਿਗਾਹ ਮਾਰੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਕਿੰਨੇ ਗਨਮੈਨ ਨੇ ਸ਼੍ਰੋਮਣੀ ਕਮੇਟੀ ਦੇ, 3 ਤਖਤਾਂ ਦੇ ਇਹਨਾਂ ਦੇ ਜਥਾਦਾਰਾਂ ਦੇ ਨਾਲ ਪੈਲਟਾਂ ਤੁਰੀਆਂ ਫਿਰਦੀਆਂ ਨੇ। ਕੀ ਖਤਰਾ ਉਹਨਾਂ ਨੂੰ, ਮੈਨੂੰ ਵੀ ਗੱਲ ਦੱਸੋ ਜੀ। ਕਿਹੜੇ ਉਹ ਜੰਗ ਯੁੱਧ ਦੇ ਵਿੱਚ ਲੱਗੇ ਹੋਏ ਨੇ ਵੀ ਜਿਹੜਾ ਉਹਨਾਂ ਨੂੰ 10-10 ਬੰਦਿਆਂ ਦੀ, ਇੱਕ ਧਰਮੀ ਬੰਦਿਆਂ ਨੂੰ ਇਹ ਲੋੜ ਹੋਵੇ ਜੀ। ਹੁਣ ਇਹ ਕਹਿੰਦੇ ਜੀ ਇੱਕ ਕਮਲਜੀਤ ਸਿੰਘ ਨਾਮ ਦਾ ਮੁਲਾਜ਼ਮ ਸੀ, ਜਿਹਨੇ ਜਦੋਂ ਰਿਟਾਇਰ ਹੋਇਆ ਤੇ ਜਦੋਂ ਉਹਨੇ ਚਾਰਜ ਦਿੱਤਾ ਤੇ ਅਸੀਂ ਦੇਖਿਆ ਕਿ 267 ਸਰੂਪ ਜਿਹੜੇ ਨੇ ਮਤਲਬ ਗਾਇਬ ਨੇ ਜੀ। ਵੀ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਤਾਂ 15-15 ਗਨਮੈਨ ਤੇ 2-2 ਪਾਇਲਟਾਂ, ਤੇ ਜਿੱਥੇ ਦੁਨੀਆ ਦਾ ਇਸ਼ਟ ਦੀ ਛਪਾਈ ਹੁੰਦੀ ਹੈ, ਐਡੀ ਸੈਂਸਿਟਿਵ ਜਗ੍ਹਾ, ਤੇ ਉਹਦੇ ਵਾਸਤੇ ਇੱਕ ਕਮਲਜੀਤ ਸਿੰਘ ਆ, ਉਹ ਵੀ 5-7 ਸਾਲਾਂ ਦਾ ਇਕੱਲਾ, ਉਹਦੇ ਨਾਲ ਕੋਈ ਹਮਲਾ ਫੈਲਾ ਨਹੀਂ ਹੋਰ ਜੀ, ਉਹਦੇ ਨਾਲ ਕੋਈ ਹੋਰ ਬੰਦੇ ਨਹੀਂ ਲਾਏ ਹੋਏ। ਫਿਰ ਤੁਹਾਡੇ CCTV ਕਿੱਥੇ ਨੇ ਜੀ? ਤੁਸੀਂ ਕਹਿੰਦੇ ਹੋ ਵੀ ਇਹ ਗੱਲ ਅਖਬਾਰਾਂ 'ਚ ਲਿਜਾ ਕੇ ਜੀ ਸਾਨੂੰ ਬਦਨਾਮ ਇੱਕ ਪਾਸੇ ਤੁਸੀਂ ਮੰਨ ਰਹੇ ਹੋ ਵੀ ਹਾਂ ਸਰੂਪ ਗਾਇਬ ਨੇ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਸਾਨੂੰ ਬਦਨਾਮ ਕੀਤਾ ਜਾਂਦਾ। ਬਦਨਾਮ ਤਾਂ ਹੋਵੇ ਜੇ ਤੁਸੀਂ ਕਹੋ ਵੀ ਸਾਡੇ ਕੋਲ ਆਹ ਸਰੂਪ ਪਏ ਨੇ, ਦੱਸੋ ਭਾਈ ਕਿਹੜੇ ਗਾਇਬ ਨੇ, ਜਾਂ ਤੁਸੀਂ ਖੁਦ ਮੰਨ ਲਿਆ। ਤਾਂ ਇਸ ਕਰਕੇ ਇਹਦਾ ਹਿਸਾਬ ਇਹਨਾਂ ਨੂੰ ਦੇਣਾ ਪੈਣਾ ਔਰ ਇਹ ਅੱਜ ਪੂਰੀ ਕੌਮ 'ਚ ਉਜਾਗਰ ਹੋ ਚੁੱਕੀ। ਇਹ ਜਿਹੜਾ ਮਾਮਲਾ ਇੱਥੋਂ ਤੁਰਿਆ ਕਿ 18 ਮਈ 2016 ਨੂੰ ਗੁਰਦੁਆਰਾ ਰਾਮਸਰ ਜਿਹੜੀ ਆ ਉੱਥੇ ਅੱਗ ਲੱਗੀ ਜੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ। ਤੇ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਬੁਝਾਉਣ ਵਾਸਤੇ, ਤੇ ਉਹਦੇ ਨਾਲ ਕੁਝ ਸਰੂਪ ਸਿੱਲੇ ਹੋਏ। ਜਿਹੜੀ ਜਸਟਿਸ ਅਜੀਤ ਸਿੰਘ ਬੈਂਸ ਜੀ, ਮੈਂ ਕਹਿੰਦਾ ਕੋਈ ਜਦੋਂ ਬੈਂਸ ਸਾਹਿਬ ਦਾ ਨਾਂ ਆ ਜਾਂਦਾ ਤੇ ਕਮ ਸੇ ਕਮ ਜਿਹੜੀ ਪੀੜ੍ਹੀ ਨੂੰ ਉਹਨਾਂ ਦੀ ਕੁਰਬਾਨੀ ਦਾ ਪਤਾ ਹੈ ਜਾਂ ਉਹਨਾਂ ਦੇ ਇੱਕ ਸਿੱਖੀ ਪ੍ਰਤੀ ਉਹਨਾਂ ਦੀ ਸੇਵਾ ਦਾ ਪਤਾ, ਤੇ ਸਾਨੂੰ ਕੋਈ ਪ੍ਰਸ਼ਨ ਕਰਨ ਦੀ ਲੋੜ ਨਹੀਂ ਰਹਿੰਦੀ। ਬਿਲਕੁਲ, ਇਹਨਾਂ ਦੇ ਵਿੱਚ ਇੱਕ ਵੀ ਨਹੀਂ ਹੋਊਗਾ ਜਿੰਨੇ ਉੱਥੇ ਬੈਠੇ ਕੱਲ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਜਿਹੜੀ ਸਾਰੀ ਸ਼੍ਰੋਮਣੀ ਕਮੇਟੀ ਹੈ, ਕਿ ਕਿਉਂਕਿ ਇੱਕ ਐਡੇ ਵੱਡੇ ਜੱਜ ਦੇ ਰੂਪ ਦੇ ਵਿੱਚ ਜਿਹਨੂੰ ਤਸ਼ੱਦਦ ਸਹਿਣਾ ਪਿਆ ਮਤਲਬ ਜੀ। ਹੁਣ ਉਹ ਕਹਿੰਦੇ ਨੇ ਵੀ 80 ਸਰੂਪ ਸੀ। ਫਿਰ 19 ਮਈ ਨੂੰ ਵੀ ਇਹਨਾਂ ਨੇ 2016 ਨੂੰ 80 ਦੇ 80 ਸਰੂਪਾਂ ਨੂੰ ਜੀ ਅੱਧੀ ਰਾਤ ਨੂੰ ਉੱਥੇ ਲਿਜਾ ਕੇ ਜਿਹੜਾ ਹੈ ਉਹਦਾ ਸੰਸਕਾਰ ਕਰ ਦਿੱਤਾ ਜੀ। ਹੁਣ ਜੇ ਉੱਥੇ ਪਾਏ ਹੁੰਦੇ ਉਹ ਗਿਣਤੀ ਦੇ ਵਿੱਚ ਤਾਂ ਫਿਰ ਉਹ ਆ ਜਾਣੀ ਸੀ ਵੀ ਗਿਣਤੀ ਕਿੰਨੀ ਆ ਉਹਨਾਂ ਸਰੂਪਾਂ ਦੀ ਜੀ, ਉਹ ਕਰ ਦਿੱਤੇ। ਹੁਣ 14 ਸਰੂਪ ਤਾਂ ਇਹ ਆਪ ਮੰਨ ਰਹੇ ਨੇ
ਜੀ ਤੇ ਜੇ 14 ਸਰੂਪ ਜਸਪਾਲ ਸਿੰਘ ਜੀ ਆਪ ਮੰਨ ਰਹੇ ਨੇ ਤਾਂ ਇਹ ਸ਼੍ਰੋਮਣੀ ਕਮੇਟੀ ਦੱਸੇ ਵੀ 14 ਸਰੂਪਾਂ ਦੇ ਬੇਅਦਬੀ ਦਾ ਪਛਤਾਤਾਪ ਅਖੰਡ ਪਾਠ ਸਾਹਿਬ ਕਿੱਥੇ ਕਰਾਇਆ ਜੀ ਦੇ ਦਿਓ ਰਸੀਦ ਤੁਸੀਂ ਦੱਸ ਦਿਓ ਵੀ ਆਹ ਜਗ੍ਹਾ ਤੇ ਕਰਾਇਆ ਤੇ ਹੁਣ ਵਕਤ ਹੈ ਹੁਣ ਰਿਕਾਰਡ ਨਾਲ ਛੇੜਛਾੜ ਹੋਣਾ ਨਹੀਂ ਜੀ ਇਸ ਕਰਕੇ ਉਹ ਮੈਨੂੰ ਲੱਗਦਾ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਤੇ FIR ਵੀ ਉਹ ਦਰਜ ਕਰਾ ਰਹੇ ਨੇ ਜਿਹੜਾ ਮੈਂ ਪੜ੍ਹਿਆ ਉਹਨਾਂ ਨੇ ਪੂਰਾ ਲਾਅ ਪ੍ਰੋਸੈਸ ਨੂੰ ਫੋਲੋ ਕੀਤਾ ਚੀਫ ਸੈਕਟਰੀ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਚਿੱਠੀ ਮੇਰੇ ਕੋਲ ਆ ਤੁਸੀਂ ਵੀ ਪੜ੍ਹ ਲਓ ਤੇ ਕਿਸੇ ਵੀ ਸਿੱਖ ਨੂੰ ਲੋੜ ਹੋਵੇ ਤਾਂ ਮੈਂ ਤੁਹਾਡੇ ਟੀਵੀ ਦੇ ਮਾਧਿਅਮ ਰਾਹੀਂ ਕਹਿ ਸਕਦਾ ਕਿ ਜਿਹੜੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਇਹ ਸਾਰਾ ਕੱਢ ਕੇ ਲੈਂਦਾ ਉਹ ਤੁਹਾਡੇ ਕੋਲ ਆ ਜਾਊਗੀ ਜੀ ਸੋ ਇਹ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੇ ਇੱਕੋ ਗੱਲ ਕੀ ਹੈ ਕਿ ਮਾਮਲਾ ਦਬਾਇਆ ਗਿਆ ਜੀ ਕਿਉਂ ਦਬਾਇਆ ਗਿਆ ਕਿਉਂਕਿ ਇਹ ਮਈ 2016 ਦੀ ਗੱਲ ਹੈ ਉਹ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਚੁੱਕੀ ਸੀ ਜੀ ਤੇ 2017 ਦੀ ਇਲੈਕਸ਼ਨ ਬਿਲਕੁਲ ਨੇੜੇ ਸੀ ਤੇ ਅਕਾਲੀ ਸਰਕਾਰ ਨੇ ਇਹਨਾਂ ਨੂੰ ਕਿਹਾ ਵੀ ਕੁਝ ਹੋ ਜਵੇ ਇਹ ਮਾਮਲਾ ਬਾਹਰ ਨਹੀਂ ਜਾਣਾ ਚਾਹੀਦਾ ਜੇ ਇਹ ਮਾਮਲਾ ਇੱਕ ਵਾਰੀ ਬਾਹਰ ਚਲਿਆਗਾ ਤਾਂ ਸਾਡਾ ਮਤਲਬ ਜਿਹੜਾ ਸਾਰਾ ਕੁਝ ਨੇ ਇਸ ਤੋਂ ਨਬੂਤ ਹੋ ਜੂ ਜੀ ਤੋ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਇੰਨੀ ਕੁ ਗੱਲ ਸਮਝਦੇ ਨੇ ਕਹਿੰਦੇ ਨੇ ਵੀ 80 ਨਹੀਂ ਜੀ 14 ਕੁ ਸਰੂਪ ਨੇ ਜਿਨ੍ਹਾਂ ਨੂੰ ਮਤਲਬ 14 ਕੀ ਲੱਗਦੇ ਨੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਲੱਗ ਰਿਹਾ ਹਾਂ ਉਹ ਇਹ ਕਹਿ ਰਹੇ ਨੇ ਵੀ 80 ਤਾਂ ਜੀ ਗਲਤ ਅੰਕੜਾ ਦੇ ਰਹੇ ਨੇ ਸਿਰਫ 14 ਕੇ ਨੇ ਤੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਉੱਥੇ ਪੱਤਰਕਾਰ ਪੁੱਛਦਾ ਤੇ ਤੁਹਾਡੀ ਨਿਗਾਹ ਦੇ ਵਿੱਚ 14 ਸਰੂਪ ਐਵੇਂ ਨੇ ਜੀ ਫਿਰ ਇਹ ਕਹਿੰਦੇ ਨੇ ਜੀ ਪ੍ਰੈਸ ਦੇ ਵਿੱਚ ਆਈ ਹੋਈ ਹੈ ਤੇ ਮੈਂ ਕਹਿੰਦਾ ਵੀ ਲਿਆਓ ਅਸੀਂ ਤਾਂ ਪੜ੍ਹੀਆਂ ਨਹੀਂ ਹੈਗੀਆਂ ਖਬਰਾਂ 2016 ਕਿਹੜਾ ਕਹਾਂ ਇੱਥੇ ਸਦੀ ਬੀਤ ਗਈ ਜੀ ਜੀ ਸਾਨੂੰ ਕੱਲੀ ਗੱਲ ਦਾ ਪਤਾ ਹੈ ਇੱਕ ਮਹੀਨੇ 'ਚ ਕੀ ਹੋਇਆ ਲਿਆਓ ਦਿਓ ਅਖਬਾਰਾਂ ਤੁਸੀਂ ਦਿਓ ਕੱਢ ਕੇ ਨਾਲ ਜੀ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰਨ ਬੈਠੇ ਹੋ ਤੁਸੀਂ ਉਹ ਅਖਬਾਰਾਂ ਸ਼ੋਅ ਕਰਦੇ ਤੁਸੀਂ ਖਬਰਾਂ ਸ਼ੋਅ ਕਰਦੇ ਜੀ ਤੁਹਾਡੀ ਇੱਕ ਖਬਰ ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਰਿਕਾਰਡ ਦੇ ਵਿੱਚ ਦਰਜ ਹੁੰਦੀ ਹੈ ਇਹਨਾਂ ਦੇ ਖਿਲਾਫ ਲੱਗੇ ਇਹਨਾਂ ਦੇ ਹੱਕ 'ਚ ਲੱਗੇ ਤੇ ਫਿਰ ਉਹ ਰਿਕਾਰਡ ਕਿੱਥੇ ਇਹਨਾਂ ਦਾ ਜੀ ਤੇ ਕਹਿੰਦੇ ਜੀ ਉੱਥੇ ADGP ਖੜਾ ਸੀ ਫਲਾਣਾ ਖੜਾ ਸੀ ਉਹ ਤਾਂ ਤੁਹਾਡੀ ਸਰਕਾਰ ਦੇ ਨੌਕਰ ਸੀ ਜੀ ਜੋ ਉੱਪਰੋਂ ਹੁਕਮ ਆ ਗਿਆ ਉਹਨਾਂ ਨੂੰ ਤਾਂ ਬਜਾ ਦੇਣਾ ਤੋ ਇਸ ਕਰਕੇ ਇਹ ਮਾਮਲਾ ਇਹਨਾਂ ਨੇ ਪਾਪ ਕੀਤਾ ਤੇ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਉਂਦਿਆਂ ਤੇ ਰੱਖੋ ਇਹਨਾਂ ਦਾ ਬੇਲੀ ਹੁਣ ਕਿਸੇ ਨੇ ਨਹੀਂ ਬਣਨਾ ਤੇ ਪਾਪ ਦੀ ਸਜ਼ਾ ਪ੍ਰਮਾਤਮਾ ਇਹਨਾਂ ਨੂੰ ਦੇ ਰਿਹਾ ਹੈ ਚੜੇ ਦਿਨ ਨਵੀਂ ਗੱਲ ਤੁਹਾਡੇ ਸਾਹਮਣੇ ਆ ਰਹੀ ਹੈ ਚੜੇ ਦਿਨ ਇਹਨਾਂ ਦਾ ਇੱਕ ਨਵਾਂ ਸਕੰਜਾ ਪ੍ਰਮਾਤਮਾ ਇਹਨਾਂ ਲਈ ਘੜ ਕੇ ਰੱਖਦਾ ਜਿਹਦੇ ਵਿੱਚ ਇਹ ਨਿਕਲ ਨਹੀਂ ਪਾਉਣਗੇ ਇੱਕੋ ਗੱਲ ਮੁੱਕਦੀ ਮੈਂ ਕਹਿਣਾ ਕਿ ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸਾਹਿਬ ਬਹੁਤ ਤਾਕਤ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਸ਼ਾਇਦ ਜਿਹੜੀ ਸਦੀਆਂ 'ਚ ਨਹੀਂ ਸਿੱਖਾਂ ਨੇ ਦੇਖੀ ਉਹ 2015 ਤੋਂ ਬਾਅਦ ਅਸੀਂ ਦੇਖ ਰਹੇ ਹਾਂ ਜਿਸ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਨਾਂ ਦਾ ਹਾਲ ਜਿਸ ਬੰਦੇ ਨੇ ਕੀਤੀ ਜਿਹਦੇ ਪੈਰਾਂ 'ਚ ਸਿਰਸੇ ਵਾਲੇ ਦੇ 4 ਮੁੱਖ ਮੰਤਰੀ ਬੈਠ ਕੇ ਇਹ ਕਹਿੰਦੇ ਸੀ ਗੁਰੂ ਜੀ ਸਰਕਾਰ ਆਪ ਕੀ ਹੈ ਤੇ ਉਹੀ ਸਰਕਾਰਾਂ ਨੇ ਚੱਕ ਕੇ ਉਹਨੂੰ ਅੰਦਰ ਦੇ ਕੇ ਅੱਜ ਜੇਲ੍ਹਾਂ ਦੇ ਵਿੱਚ ਭੁਗਤ ਰਿਹਾ ਤੇ ਇਹ ਤਾਕਤ ਕਿਸੇ ਬੰਦੇ ਦੀ ਨਹੀਂ ਸੀ ਇਹ ਤਾਕਤ ਗੁਰੂ ਗ੍ਰੰਥ ਸਾਹਿਬ ਦੀ ਸੀ ਇਸ ਕਰਕੇ ਰਹਿਤਨਾਮਿਆਂ ਦੇ ਬਚਨ ਨੇ ਪਾਤਸ਼ਾਹਾਂ ਦੇ ਬਚਨ ਨੇ ਜੋ ਸਿੱਖ ਗੁਰਬਾਣੀ ਭੈ ਕਰ ਹੈ ਬਿਨ ਪ੍ਰਯਾਸ ਭਵ ਸਾਗਰ ਤਰੈ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਭਾਈ ਕਰ ਲਵੇ ਨਾ ਸਿੱਖ ਇਹਦੇ ਨਾਲੇ ਬੇੜਾ ਪਾਰ ਹੋ ਜਾਣਾ ਜਿਨ ਪੈ ਬਾਣੀ ਅਦਬ ਨਾ ਤਾਰਾ ਜਨ ਹੋ ਸੋ ਸਿੱਖ ਨਹੀਂ ਹਮਾਰਾ ਤੋ ਇਹ ਕਹਾਣੀ ਜਿਹੜੀ ਹੈ ਇਹ ਸਾਡੇ ਸਾਹਮਣੇ ਆਈ ਹੈ ਬਾਬਾ ਜੀ ਇੱਕ ਘਪਲੇ ਦੀ ਗੱਲ ਵੀ ਤੁਸੀਂ ਕੀਤੀ ਸੀ ਕਿ ਦਾਲ ਹੀ ਖਾ ਗਈ ਸ਼੍ਰੋਮਣੀ ਕਮੇਟੀ ਉਹਦੇ ਮੁਲਾਜ਼ਮ ਦਾਲ ਵੇਚ ਕੇ ਦਾਲ ਵੇਚੀ ਖਾਧੀ ਕੀ ਕੀਤਾ ਸਮਝ ਨਹੀਂ ਆ ਰਹੀ ਵੀ ਸ਼੍ਰੋਮਣੀ ਕਮੇਟੀ ਇੱਕ ਪਾਸੇ ਦੁਨੀਆ ਤਰਾਹ ਕਰ ਰਹੀ ਸੀ ਕਰੋਨਾ ਕਰਕੇ ਲੋਕ ਇੱਕ ਦੂਸਰੇ ਦੇ ਬਾਹਾਂ ਫੜ ਰਹੇ ਸੀ ਜਿਸ ਬੰਦੇ ਨੇ ਕਦੇ ਕੋਈ ਧਰਮ ਕਰਮ ਨਹੀਂ ਸੀ ਕੀਤਾ ਉਹ ਵੀ ਇਸ ਔਖੇ ਸਮੇਂ ਦੇ ਵਿੱਚ ਇੱਕ ਦੂਸਰੇ ਦੀ ਬਾਹ ਫੜਨ ਦੀ ਗੱਲ ਕਰਦਾ ਸੀ ਔਰ ਬਹੁਤ ਸਾਰੇ ਲੋਕਾਂ ਨੇ ਈਵਨ ਕਿ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀ ਜੇਬ ਦੇ ਵਿੱਚੋਂ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾਂ ਜਿਸ ਕਿਸਮ ਦੀ ਸਹਾਇਤਾ ਕਰ ਸਕਦਾ ਸੀ ਕੋਈ ਬੰਦਾ ਉਵੇਂ ਕੀਤੀ ਪਰ ਸ਼੍ਰੋਮਣੀ ਕਮੇਟੀ ਬੇਸ਼ਰਮੀ ਦੇ ਨਾਲ ਕਰੋਨਾ ਦੇ ਵਿੱਚ ਵੀ ਠੱਗੀਆਂ ਮਾਰਨ ਦੇ ਨਾਲ ਲੱਗੀ ਰਹੀ ਕੱਲੀ ਜਸਪਾਲ ਸਿੰਘ ਜੀ ਦਾਲ ਨਹੀਂ ਨਾਲ ਸਬਜ਼ੀ ਵੀ ਹੈ ਅੱਛਾ ਜੀ ਕਿਉਂਕਿ ਤੁਸੀਂ ਇਹਨਾਂ ਦੇ ਕਿਤੇ ਵੀ ਚਲੇ ਜਾਓ ਇਕੱਲੀ ਦਾਲ ਨਹੀਂ ਤੁਹਾਨੂੰ ਮਿਲੂਗੀ ਨਾਲ ਸਬਜ਼ੀ ਦੀ ਮਿਲਦੀ ਹੈ ਜਿਹੜੇ ਇਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਹੋਟਲ ਮਿਲਾਏ ਹੋਏ ਨੇ ਨਾ ਜੀ ਜਿੱਥੇ ਪਤੌੜ ਮਿਲਦੇ ਨੇ ਨਾਲ ਸਬਜ਼ੀ ਦਾਲ ਜੀ ਇਹ ਦੇਖੋ ਹੁਣ ਗੱਲ ਇਹ ਆ ਵੀ 2 ਦਿਨ ਹੋ ਗਏ ਖਬਰ ਲੱਗੀ ਨੂੰ ਜੀ ਹੁਣ ਮੈਂ ਤਾਂ ਇਹ ਦੇਖੋ ਐਲੀਗੇਸ਼ਨ ਲਾ ਨਹੀਂ ਸਕਦਾ ਕਿਉਂਕਿ ਮੇਰਾ ਇਹਦੇ ਕੋਲ ਸਬੂਤ ਨਹੀਂ ਪਰ ਹੁਣ ਜੋ ਪਬਲਿਕ ਡੋਮੇਨ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਆਈ ਹੈ ਅਖਬਾਰ ਜ਼ਿੰਮੇਵਾਰ ਹੁੰਦੇ ਨੇ ਮੀਡੀਆ ਕੋਈ ਐਰੀ ਗੈਰੀ ਤਾਂ ਗੱਲ ਖਬਰ ਲਾਉਣਾ ਨਹੀਂ ਐਦਾਂ ਤਾਂ ਦੁਨੀਆ ਹੀ ਗੱਲਾਂ ਕਰਦੀ ਫਿਰਦੀ ਹੈ ਇੱਧਰ ਜੀ ਇੱਕ ਖਬਰ ਲੱਗੀ ਹੈ ਦਰਬਾਰ ਸਾਹਿਬ ਤੋਂ ਜੀ ਕਿ ਇੱਕ ਸ਼ਰਧਾਲੂ ਨੇ 8 ਲੱਖ ਦੀ ਦਾਲ ਕਰੋਨੇ ਦੀ ਇਸ ਭਿਆਨਕ ਜਿਹੜੀ ਬਿਮਾਰੀ ਆ ਉਹਦੇ ਵਿੱਚ ਲਿਆ ਕੇ ਇਹਨਾਂ ਨੂੰ ਭੇਟ ਕਰੀ ਜੀ ਪਹਿਲਾਂ ਤਾਂ ਮੈਂ ਸੋਚਦਾ ਵੀ ਦੇਖੋ ਸਿੱਖਾਂ ਦੀ ਸ਼ਰਧਾ ਦਾ ਕੋਈ ਵੀ ਅੰਤ ਨਹੀਂ ਜੀ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਦੁੱਧ ਤੁਸੀਂ ਜਿਹੜਾ ਹੈ ਬਿੱਲਿਆਂ ਦੇ ਸਰਾਣੇ ਲੈ ਕੇ ਚੱਲੇ ਹੋ ਤੇ ਕੋਈ ਨਾ ਕੋਈ ਉਹਦਾ ਤੁਸੀਂ ਮੀਡੀਆ ਬੁਲਾ ਲਓ ਕੁਝ ਦਿਖਾ ਦਿਓ ਮਤਲਬ ਲੋਕਾਂ ਨੂੰ ਤਾਂ ਕਿ ਇਹ ਜਦੋਂ
ਤੇ ਹੁਣ ਉਹ ਅਖਬਾਰ ਦੇ ਵਿੱਚ ਇਹ ਲਿਖਿਆ ਹੈ ਵੀ ਇੱਕ ਅਧਿਕਾਰੀ ਨੇ, ਖਾਸ ਅਧਿਕਾਰੀ ਨੇ, ਇਹ ਸ਼ਬਦ ਹੈ ਮੀਡੀਆ ਦਾ, ਖਾਸ ਅਧਿਕਾਰੀ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਖਾਸ ਅਧਿਕਾਰੀ ਬਾਦਲਾਂ ਦਾ ਜਾਂ ਕੋਈ ਮੁਲਾਜ਼ਮ ਇਹਨਾਂ ਦਾ ਉੱਚੇ ਅਹੁਦੇ ਵਾਲਾ? ਜਿਹੜਾ ਖਾਸ ਹੋ ਜਾਂਦਾ ਉਹ ਕਿਸੇ ਨਾ ਕਿਸੇ ਦਾ ਹੀ ਹੁੰਦਾ ਫਿਰ ਜੀ। ਆਮ ਤਾਂ ਵਿਚਾਰਾ 35,000 ਮੁਲਾਜ਼ਮ ਹੈ ਲਗਭਗ, ਜੀ ਤੇ ਉਹ ਤਾਂ ਮੁਲਾਜ਼ਮ ਹੈ। ਜਦੋਂ ਖਾਸ ਦੀ ਗੱਲ ਹੋ ਜਾਂਦੀ ਹੈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਛਾਂ ਹੁੰਦੀ ਹੈ। ਉਹ ਕਹਿੰਦੇ ਵੀ ਖਾਸ ਅਧਿਕਾਰੀ ਨੇ ਪਰਚੀਆਂ ਵੀ ਕੱਟ ਕੇ ਦੇਤੀਆਂ ਤੇ ਉਹ 8 ਲੱਖ ਦੀ ਦਾਲ ਗੈਪ ਹੈ। ਗਲਿਆਰੇ ਦੇ ਵਿੱਚ ਬੜੀ ਭਾਰੀ ਚਰਚਾ ਜੀ। ਹਜੇ ਉਹ ਖਬਰ ਪਬਲਿਸ਼ ਹੋਈ ਹੈ, ਉਹ ਖਬਰ ਸਿੱਖ ਪੜ੍ਹੇ ਰਹੇ ਸੀ ਜੀ। ਇੱਕ BS ਚਾਨਾ, ਮੇਰਾ ਖਿਆਲ ਪੰਜਾਬੀ ਟ੍ਰਿਬਿਊਨ ਦੇ ਚੰਗੇ ਪੱਤਰਕਾਰ ਨੇ ਅਨੰਦਪੁਰ ਸਾਹਿਬ ਤੋਂ ਜੀ, ਔਰ ਟ੍ਰਿਬਿਊਨ ਨੇ ਉਹ ਰਾਤ ਮੇਰੇ ਕੋਲ ਖਬਰ ਆਈ ਆਨਲਾਈਨ ਸੀ ਕਿ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਹੜਾ ਹੈ ਲੱਖਾਂ ਰੁਪਏ ਦਾ ਸਬਜ਼ੀ ਦਾ ਘਪਲਾ ਹੋਇਆ ਜੀ। ਸਬਜ਼ੀ ਦਾ ਘਪਲਾ ਇਹ ਹੋਇਆ ਵੀ ਮੰਡੀ ਦੇ ਵਿੱਚ ਜਾਂਦੇ ਸੀ ਸਬਜ਼ੀ ਖਰੀਦਣ, ਉਹ ਬਿੱਲ ਪਏ ਹੋਏ ਨੇ ਜੀ, ਤੇ ਤੁਸੀਂ ਹੈਰਾਨ ਹੋਵੋਗੇ ਕਿ ਬਿੱਲਾਂ ਦੇ ਵਿੱਚ ਫਰੂਟ ਵੀ ਪਾਇਆ ਹੋਇਆ। ਅੱਛਾ ਜੀ। ਸੰਤਰੇ ਵੀ ਪਾਏ ਹੋਏ ਨੇ ਜੀ। ਤੁਸੀਂ ਇਹ ਦੇਖੋ ਵੀ ਲੋਕਾਂ ਨੂੰ 2 ਰੋਟੀਆਂ ਮਿਲ ਜਾਂਦੀਆਂ ਉਹ ਸਮੇਂ ਖਾਣ ਨੂੰ, ਉਹ ਵੀ ਸਬਰ ਕਰਦਾ ਸੀ, ਤੇ ਇਹ ਸੰਤਰਿਆਂ ਦਾ ਫਰੂਟ ਚਲਾ ਰਹੇ ਨੇ ਜੀ। ਹੁਣ ਮੇਰਾ ਖਿਆਲ ਹੈ ਕਿਹੜੀ ਸੰਗਤ ਦੱਸੂਗੀ ਇਹ ਗੱਲ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹਨੇ ਕਰੋਨੇ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਫਰੂਟ ਛਕਿਆ ਜੀ। ਤੁਸੀਂ ਇੱਥੇ ਜਿਹੜੇ ਮਰਜ਼ੀ ਗੁਰੂ ਘਰ 'ਚ ਚਲੇ ਜਾਓ, ਜੇ ਤੁਹਾਨੂੰ ਕਿਤੇ ਫਰੂਟ ਮਿਲ ਜਾਵੇ ਜੀ। ਔਰ ਕੋਈ ਮੰਨ ਲਓ ਵਿਸਾਖੀ ਹੋਵੇ, ਕੋਈ ਦਿਨ ਤਿਉਹਾਰ ਹੋਵੇ, ਦਿਹਾੜਾ ਹੋਵੇ, ਉਹਦੇ ਤੇ ਵੀ ਮੰਨੀਏ ਵੀ ਇੱਕ ਪਾਸੇ ਦੁਨੀਆ ਮਰ ਰਹੀ ਹੈ ਕਰੋਨੇ ਨਾਲ ਜੀ, ਬੰਦੇ ਨੂੰ ਇਹ ਨਹੀਂ ਫਿਕਰ ਮੈਂ ਘਰੋਂ ਨਿਕਲਿਆ ਪਤਾ ਨਹੀਂ ਠੀਕ ਠਾਕ ਘਰੇ ਵੜਨਾ ਵਾਪਸ ਕਿ ਨਹੀਂ, ਤੇ ਸ਼੍ਰੋਮਣੀ ਕਮੇਟੀ ਫਰੂਟ ਖਰੀਦ ਕੇ ਲੈ ਰਹੀ ਹੈ ਜੀ। ਇਹ ਗੱਲ ਹਜਮ ਨਹੀਂ ਹੋ ਰਹੀ। ਬਿੱਲ ਪਏ, ਇੱਕ ਦਾਲ ਦਾ ਘਪਲਾ ਤੇ ਇੱਕ ਸਬਜ਼ੀ ਦਾ ਘਪਲਾ। ਦਾਲ ਦਾ ਘਪਲਾ ਖਬਰ ਅੰਮ੍ਰਿਤਸਰ ਸਾਹਿਬ ਦੀ ਹੈ, ਤੇ ਸਬਜ਼ੀ ਦੇ ਘਪਲੇ ਦੀ ਖਬਰ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀ ਪਾਵਨ ਸਰੂਪਾਂ ਦੀ ਬੇਅਦਬੀ ਦੀ ਗੱਲ ਆ ਜੀ, ਤੇ 267 ਸਰੂਪਾਂ ਦੇ ਜਿਹੜੇ ਉਹ ਤੁਸੀਂ ਆਪ ਇਹ ਮੰਨ ਚੁੱਕੇ ਨੇ ਵੀ ਹਾਂ ਅਸੀਂ ਮਿਸਿੰਗ ਨੇ 267 ਸਰੂਪ ਜੀ। ਇਦੋਂ ਵੱਡੀ ਮੈਨੂੰ ਲੱਗਦਾ ਫਿਰ ਹੋਰ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ? ਕੋਈ ਕਾਰਵਾਈ ਕਰ ਰਿਹਾ? ਕਿਉਂਕਿ ਤੁਸੀਂ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਹੋ, ਕਿਸੇ ਜਿਹੜੇ ਬੰਦੇ ਜ਼ਿੰਮੇਵਾਰ ਨੇ, ਜਾਂ ਚਾਹੇ ਸਬਜ਼ੀਆਂ ਦੀ ਗੱਲ ਲੈ ਲਓ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਲੈ ਲਓ, ਕੋਈ ਕਾਰਵਾਈ ਹਿਲਜੁਲ ਕੀਤੀ ਸ਼੍ਰੋਮਣੀ ਕਮੇਟੀ ਨੇ ਜਾਂ ਨਹੀਂ? ਦੇਖੋ ਉਹਦਾ ਤਾਂ ਲੱਗਿਆ ਪਤਾ ਵੀ ਜਾਂਚ ਹੋ ਰਹੀ ਹੈ ਜੀ, ਕਿਉਂਕਿ ਇੱਕ ਤਾਂ ਇਹਨਾਂ ਦਾ ਪ੍ਰੋਸੈਸ ਹੈ ਕਿ ਜਦੋਂ ਫਿਰ ਇਹਨਾਂ ਦੇ ਵਿੱਚ ਪਾਇਆ ਜਾਂਦਾ ਜਾਂਚ ਦੇ, ਉਹਨੂੰ ਇਹ ਕਾਰਵਾਈ ਹੁੰਦੀ ਹੈ। ਪਰ ਮੈਂ ਹੈਰਾਨ ਆ ਜਦੋਂ ਮੈਂ ਕੱਲ ਇਹ ਬਿਆਨ ਪੜ੍ਹਿਆ ਕਿ ਜੀ 267 ਸਰੂਪ ਗੈਪ ਨੇ। ਇੱਕ ਬੜਾ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਇਹਨਾਂ ਦਾ ਮਾਰਕੇ ਦਾ ਜੀ, ਵੀ 267 ਸਰੂਪ ਗੈਪ ਨੇ, ਔਰ ਉਹ ਬੰਦਾ ਰਿਟਾਇਰ ਹੋ ਗਿਆ ਜੀ। ਜਦੋਂ ਰਿਟਾਇਰ ਹੋ ਗਿਆ ਤਾਂ ਇਹਦਾ ਮਤਲਬ ਉਹ ਸਾਰਾ ਕੁਝ ਤੁਹਾਤੋਂ ਆਪਣੇ ਇੰਕਰੀਮੈਂਟ ਜੋ ਉਹਦਾ ਬਣਦਾ ਉਹ ਲਿਜਾ ਚੁੱਕਿਆ। ਹੁਣ ਤੁਸੀਂ ਇਹਦਾ ਕੀ ਵਿਗਾੜ ਲਓਗੇ? ਕੇਸ ਪਾਓਗੇ, ਤੇ ਉਹ ਮੇਰਾ ਖਿਆਲ 65 ਸਾਲ ਦਾ 60 ਸਾਲ ਦਾ ਹੋ ਕੇ ਰਿਟਾਇਰ ਹੋਇਆ, ਤੇ 20 ਸਾਲ ਤੱਕ ਜਾਨੂੰ ਕੋਈ ਕੇਸ ਦਾ ਫੈਸਲਾ ਹੋਣਾ, ਇੰਨੇ ਨੂੰ ਉਹਨੇ ਦੁਨੀਆ ਤੋਂ ਤੁਰਦਾ ਬਣਨਾ। ਕਿੰਨੀ ਕੁ ਉਮਰ ਹੁੰਦੀ ਹੈ? ਬਿਲਕੁਲ, ਪਰਮਾਤਮਾ ਦਵੇ ਲੰਮੀ। ਤੇ ਕਹਿੰਦੇ ਜੀ 5 ਲੱਖ ਰੁਪਏ, ਉਹਦੇ ਕੋਲ ਲੱਖਾਂ ਰੁਪਇਆ ਬਣਦਾ। ਮੈਂ ਤੁਹਾਨੂੰ ਦੱਸਦਾ ਹੈ ਕਿ ਇੱਕ ਵਿਚਾਰੇ ਗਰੀਬ ਬੰਦੇ ਨੇ ਉਹਦੇ ਤੇ ਕੇਸ ਬਣਾਤਾ ਕਿ ਉਹਨੇ 100 ਰੁਪਏ ਦੀ ਚੋਰੀ ਕੀਤੀ ਨਾਢਾ ਸਾਹਿਬ ਜੀ, ਦੇਖ ਦੀਆਂ ਪਰਚੀਆਂ ਕੱਟਤੀਆਂ ਜੀ। ਤੇ ਮੈਂ ਉੱਥੇ ਗੁਰੂ ਘਰ ਜਾਂਦਾ ਸੀ, ਉੱਥੇ ਸੰਗਤ ਦੇ ਸਰੀਰ ਮੈਨੂੰ ਕਹਿੰਦੇ ਜੀ ਇਹ ਗਰੀਬ ਬੰਦਾ, ਤੇ ਮੈਂ ਉਹਨੂੰ ਕਿਹਾ ਵੀ ਇਹ ਤੂੰ ਕੰਮ ਕੀਤਾ? ਸ਼ਾਇਦ ਉਹਦੇ ਨਾਲ ਸੀ ਕੋਈ, ਉਹਨੇ ਕੀਤਾ। ਚਲੋ ਕਹਿੰਦਾ ਜੀ ਮੈਂ ਗਲਤੀ ਮੰਨ ਲਓ। ਮੈਨੂੰ ਵੀ ਲੱਗਿਆ ਵੀ ਚਲੋ ਇਨਸਾਨ ਹੈ, ਆਫਟਰ ਸਾਤੇ ਵੀ ਜ਼ਿੰਦਗੀ 'ਚ ਕੋਈ ਨਾ ਕੋਈ ਗੱਲ ਅਪਰਾਧ ਹੋ ਸਕਦਾ ਜੀ, ਤੇ ਜੇ ਕਹੀਏ ਵੀ ਅਪਰਾਧ ਦੀ ਸਜ਼ਾ ਹੀ ਹੁੰਦੀ ਹੈ ਫਿਰ ਤਾਂ ਇਹ ਦੁਨੀਆ ਹੀ ਨਾ ਇੱਥੇ ਖੜੇ ਕਿਸੇ ਗੱਲ ਤੇ। ਬਡੂੰਗਰ ਸਾਹਿਬ ਪ੍ਰਧਾਨ ਸੀ, ਮੈਂ ਉਹਨਾਂ ਨਾਲ ਗੱਲ ਕੀਤੀ। ਇਹਨਾਂ ਨੇ ਜੀ ਇੱਕ ਜਾਂਚ ਕਮੇਟੀ ਜੀ ਬਣਾਉਂਦੇ ਨੇ, ਉਹਦੇ ਵਿੱਚ ਉਹ 'ਚ ਕਾਲਾ ਬੂਲਾ ਮਾਨ ਸਾਹਿਬ ਦਾ ਮੈਂਬਰ ਸੀ। ਮੈਂ ਉਹਨੂੰ ਵੀ ਕਿਹਾ, ਕੱਲੇ ਮੈਂ ਮੈਂਬਰ ਨੂੰ ਫੋਨ ਕੀਤਾ, ਯਾਰ ਉਹ ਗਰੀਬ ਬੰਦਾ, ਤੇ ਉਹਦੇ ਘਰ ਵਾਲੀ ਇੱਥੇ ਪਤਾ ਨਹੀਂ ਕਿਹਨੂੰ ਲੈ ਕੇ ਪੰਚਕੂਲੇ ਤੋਂ ਮੇਰੇ ਕੋਲ ਆਈ, ਉਹ ਰੋਂਦੀ, ਮੇਰੇ ਤੇ ਵਿਚਾਰੀ ਝੱਲੀ ਨਹੀਂ ਸੀ ਜਾਂਦੀ। ਹੁੰਦਾ ਹੀ ਆ, ਨਾਲੇ 7-8 ਹਜ਼ਾਰ ਉਹਦੀ ਤਨਖਾਹ ਸੀ ਜੀ। ਪਰ ਇਹਨਾਂ ਮਾਂ ਦੇ ਪੁੱਤਾਂ ਨੇ 100 ਰੁਪਏ ਬਦਲੇ ਉਹ ਬੰਦੇ ਨੂੰ ਡਿਸਮਿਸ ਕਰਤਾ, ਤੇ ਅੱਜ ਉਹ ਮੋਹਾਲੀ ਮੈਂ ਤੁਹਾਨੂੰ ਦਿਖਾ ਸਕਦਾ ਰੋਦਾ ਫਿਰਦਾ ਜੀ। ਤੇ ਮੈਂ ਹੁਣ ਮੈਂ ਇਹਨਾਂ ਨੂੰ ਪੁੱਛਦਾ, ਜਿਹੜੇ ਕੱਲ ਇਹ ਬੈਠੇ ਪ੍ਰੈਸ ਕਾਨਫਰੰਸ ਕਰਦੇ ਸੀ ਗੁਰੂ ਕੇ ਸਿੱਖ, ਵੀ ਇਹ ਤੁਹਾਡਾ ਇਹ ਕਿਹੜਾ ਨਿਆਂ ਹੈ? ਇਹ 100 ਰੁਪਏ ਵਾਲੇ ਨੂੰ ਤਾਂ ਤੁਸੀਂ ਡਿਸਮਿਸ ਕਰਤਾ, ਲੱਖਾਂ ਰੁਪਏ ਵਾਲੇ ਨੂੰ ਤੁਸੀਂ ਰਿਟਾਇਰ ਕਰਤਾ। ਇਹਦੇ ਵਿੱਚ ਸਪਸ਼ਟ ਹੈ ਕਿ ਇਸ ਪਾਪ ਦੇ ਵਿੱਚ ਤੁਸੀਂ ਭਾਗੀਦਾਰ ਹੋ, ਪਰਦੇ ਪਾ ਰਹੇ ਹੋ, ਤੇ ਅਸੀਂ ਪਰਦਾ ਪੈਣ ਨਹੀਂ ਦੇਣਾ ਇਸ ਗੱਲ ਦਾ ਜਿੰਨੀ ਦੇਰ ਤੱਕ ਤੁਸੀਂ ਹਿਸਾਬ ਨਹੀਂ ਦਿੰਦੇ ਜੀ। ਜੇ ਤੁਸੀਂ ਐਡੇ ਇੱਕ 100 ਰੁਪਏ ਵਾਲੇ ਨੂੰ ਤਾਂ ਤੁਸੀਂ ਡਿਸਮਿਸ ਕਰ ਰਹੇ ਹੋ। ਬਿਲਕੁਲ, ਜਿਹੜਾ ਬੰਦਾ ਲਿਖ ਕੇ ਵੀ ਦੇ ਰਿਹਾ ਹਾਂਜੀ ਮੇਰੇ ਤੇ ਗਲਤੀ ਹੋ ਗਈ। ਮੈਂ ਕੋ ਮੀਤ ਪ੍ਰਧਾਨ ਸੀ ਹਰਿਆਣੇ ਦਾ, ਬਲਦੇਵ ਸਿੰਘ ਕੈਂਪਰੀ, ਮੈਂ ਉਹਨੂੰ ਕਿਹਾ ਯਾਰ ਇਹਨੂੰ, ਕਹਿੰਦਾ ਜੀ ਇਹ ਮੰਨ ਚੁੱਕੇ ਨੇ ਆਪ ਜੀ ਵੀ ਮੈਂ ਇਹ ਅਪਰਾਧ ਕੀਤਾ, ਤੇ ਇਸ ਕਰਕੇ ਉਹ ਜਿਹੜਾ ਬੰਦਾ ਮੰਨ ਜਾਵੇ ਉਹਨੂੰ ਤਾਂ ਮਾਫ ਕਰ ਦੇਈਦਾ ਜੀ, ਸਜ਼ਾ ਹੀ ਉਹਨੂੰ ਲਾਈ ਦੀ ਹੈ ਜਿਹੜਾ ਨਾ ਮੰਨੇ।
ਤੇ ਇੱਧਰ ਕਹਿੰਦੇ ਜੀ ਉਹ ਰਿਟਾਇਰਮੈਂਟ ਕਰਤਾ ਅਸੀਂ। ਜਦ ਤੁਹਾਨੂੰ ਪਤਾ ਹੈ ਤੁਸੀਂ ਉਹਨੂੰ ਕਿਉਂ ਉਹਦੀ ਰਿਟਾਇਰਮੈਂਟ ਰੋਕਦੇ ਜੀ? ਸਰਕਾਰ ਸਰਕਾਰ ਨੇ ਰੋਕੀ ਹੁਣ ਕਰੋਨੇ ਦੇ ਵਿੱਚ, ਪੰਜਾਬ ਸਰਕਾਰ ਨੇ। ਬਿਲਕੁਲ ਹੁਣ ਕਹਿੰਦਾ ਕੋਈ ਰਿਟਾਇਰਮੈਂਟ ਨਹੀਂ ਹੋਗੀ ਜਿੰਨੀ ਦੇਰ ਤੱਕ ਕਰੋਨਾ ਫੈਲਦਾ। ਇਸ ਕਰਕੇ ਇਹ ਸਾਰੀਆਂ ਹੁਣ ਬਹਾਨੇ ਘੜਦੇ ਨੇ, ਇਹ ਬਚਣਾ ਚਾਹੁੰਦੇ ਨੇ। ਇਹਨਾਂ ਦਾ ਕੱਲ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਤੱਤ ਹੈ ਉਹ ਕੱਢ ਲਓ ਤੁਸੀਂ, ਉਹ ਇੱਕੋ ਆ ਵੀ ਇਹ ਗੱਲ ਖਤਮ ਹੋ ਜਾਵੇ, ਇਹ ਗੱਲ ਨਾ ਹੋਵੇ ਜੀ। ਤੇ ਇਹ ਗੱਲ ਹੋਊਗੀ, ਬਾਰ-ਬਾਰ ਹੋਊਗੀ, ਕਿਉਂਕਿ ਮੈਂ ਇਹ ਸਮਝਦਾ ਭਾਵੇਂ ਉਹ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਹੈ, ਭਾਵੇਂ ਉਹ ਕੋਈ ਸੰਤ ਮਹਾਤਮਾ ਹੈ, ਭਾਵੇਂ ਉਹ ਕੋਈ ਪ੍ਰਚਾਰਕ ਹੈ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹਦੀ ਜ਼ੁਬਾਨ ਨਹੀਂ ਖੁੱਲ੍ਹਦੀ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਉਹਨੂੰ ਸਿੱਖ ਕਹਿਣਾ ਵੀ ਮੈਂ ਸਮਝਦਾ ਮੁਨਾਸਬ ਨਹੀਂ ਹੋ ਸਕਦਾ ਜੀ। ਉਹ ਹਿਸਾਬ ਮੰਗੇ ਇਹਨਾਂ ਤੋਂ, ਰਾਈਟ ਹੈ ਸਾਡਾ, ਇਹ ਦੱਸਣ, ਇਹ ਕਲੈਰੀਫਿਕੇਸ਼ਨ ਦੇਣ। ਹੁਣ ਮੈਂ ਮੰਗਿਆ ਕਿ ਦੱਸੋ ਜੀ 267 ਰੁਪਏ ਦਾ ਕੀ ਮਸਲਾ ਹੈ, ਅਖਬਾਰਾਂ 'ਚ ਖਬਰਾਂ ਛਪੀਆਂ, ਇਹ ਕਹਿੰਦੇ ਵੀ ਮਿਸਿੰਗ ਨੇ, ਤੇ ਹੁਣ ਮਿਸਿੰਗ ਨੇ ਤਾਂ ਹੁਣ ਮੈਂ ਅੱਗੇ ਆਪਣੀ ਗੱਲ ਕਰੂੰਗਾ। ਬਾਬਾ ਜੀ ਆਖਰੀ ਸਵਾਲ ਆ ਮੇਰਾ, ਵੱਖ-ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਕੌਮ, ਕਿਤੇ ਸਿਮਰਜੀਤ ਸਿੰਘ ਮਾਨ ਦਾ ਧੜਾ, ਕਿਤੇ ਉਹ ਅਕਾਲੀ ਦਲ ਟਕਸਾਲੀ ਬਣ ਗਿਆ, ਇੱਧਰੋਂ ਢੀਂਡਸੇ ਹੋਣੀ ਸਰਗਰਮ ਨੇ, ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਵੀ ਬੜਾ ਇੰਟਰਸਟ ਲੈਂਦੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ, ਹੋਰ ਵੀ ਕਈ ਆਜ਼ਾਦ ਨੇ ਜਾਂ ਹੋਰ ਛੋਟੇ-ਮੋਟੇ ਧੜੇ ਬਹੁਤ ਨੇ। ਇੰਨੇ ਧੜਿਆਂ ਦੇ ਵਿੱਚ ਵੰਡੀ ਹੋਈ ਕੌਮ ਕੀ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾ ਸਕਦੀ ਹੈ ਸ਼੍ਰੋਮਣੀ ਕਮੇਟੀ? ਕਿਉਂਕਿ ਪਹਿਲਾਂ ਵੀ ਇਹਨਾਂ ਹੀ ਧੜਿਆਂ ਦਾ ਫਾਇਦਾ ਚੱਕ ਕੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੂੰ ਬੜਾ ਵੱਡਾ ਲਾਹਾ ਪਹੁੰਚਦਾ ਰਿਹਾ ਹੁਣ ਤੱਕ ਚੋਣਾਂ ਦੇ ਵਿੱਚ। ਪਹਿਲਾਂ ਕਦੇ ਬਾਦਲ ਦੇ ਪਰਿਵਾਰ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਜੀ? ਕਦੇ ਬਾਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲ ਰਹੇ ਸੀ ਜੀ? ਤੇ ਜੇ ਨਹੀਂ ਹੋਏ ਸੀ ਤਾਂ ਉਹ ਜਿੱਤ ਜਾਂਦਾ ਸੀ, ਪਰ ਹੁਣ ਇਹ ਹੋ ਚੁੱਕੇ ਨੇ ਜੀ। ਇਸ ਕਰਕੇ ਇਹ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਜੋਤਸ਼ੀ ਨਹੀਂ ਹੈਗਾ ਵੀ ਕਿਵੇਂ ਹੋਊਗਾ, ਪਰ ਮੈਨੂੰ ਇੰਨਾ ਕੁ ਪਤਾ ਹੈ, ਮੈਨੂੰ ਸਿੱਖ ਕੌਮ ਤੇ ਵਿਸ਼ਵਾਸ ਹੈ ਕਿ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਅਸਲ ਦੇ ਵਿੱਚ ਜਿੱਦਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣੀਆਂ ਨੇ, ਇਹ ਬਦਲਾ ਇਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਦਣ ਜਿਹੜਾ ਸਿੱਖ ਕੌਮ ਨੇ ਲੈਣਾ, ਜਿਹੜਾ 100 ਸਾਲ ਤੋਂ ਇਹਨਾਂ ਦਾ ਕਬਜ਼ਾ ਹੈ, ਉਦਣ ਟੁੱਟਣਾ ਜੀ। ਤੇ ਦੂਜੀ ਗੱਲ ਇਹ ਆ ਕਿ ਧੜੇ ਇਹ ਕੋਈ ਪਹਿਲੀ ਵਾਰ ਨਹੀਂ, ਮਿਸਲਾਂ ਜਦੋਂ ਸੀਗੀਆਂ ਉਦੋਂ ਵੀ ਤਾਂ ਕੀ ਸੀ, 12 ਮਿਸਲਾਂ ਸੀਗੀਆਂ ਜੀ। ਇਹ ਸਿੱਖ ਕੌਮ ਹੈ ਤੇ ਇਹ ਕੋਈ ਪਤਾ ਨਹੀਂ ਇਹਨਾਂ ਨੇ ਕਿਹੜੇ ਸਟੇਜ ਤੇ ਜਾ ਕੇ ਕਦੋਂ ਇਕੱਠੇ ਹੋ ਜਾਣਾ ਤੇ ਜਦੋਂ ਹੱਲਾ ਬੋਲਣਾ। ਇਸ ਕਰਕੇ ਇਹ ਬਾਹਲੀ ਚਿੰਤਾ ਦੀ ਲੋੜ ਨਹੀਂ, ਮੈਨੂੰ ਉਮੀਦ ਹੈ ਕਿ ਸਾਰਾ ਕੁਝ ਠੀਕ ਠਾਕ ਹੋਊਗਾ, ਚੜ੍ਹਦੀ ਕਲਾ 'ਚ ਹੋਊਗਾ। ਬਾਬਾ ਜੀ ਤੁਸੀਂ ਸਮਾਂ ਦਿੱਤਾ, ਧੰਨਵਾਦ। ਦਰਸ਼ਕੋ, ਜਿਵੇਂ ਬਾਬਾ ਜੀ ਨੇ ਵੀ ਗੱਲ ਕਹੀ ਕਿ ਪ੍ਰਮਾਤਮਾ ਨੇ ਇੱਕ ਤਰ੍ਹਾਂ ਦਾ ਸ਼ਿਕੰਜਾ ਇਹਨਾਂ ਲੋਕਾਂ ਦੇ ਉੱਪਰ ਕੱਸਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਟਿੱਚ ਜਾਣ ਕੇ ਉਹਨਾਂ ਦੀ ਵਾਰ-ਵਾਰ, ਇੱਕ ਵਾਰ ਨਹੀਂ ਬੇਅਦਬੀ ਕੀਤੀ, ਵਾਰ-ਵਾਰ ਕੀਤੀ ਔਰ ਲਗਾਤਾਰ ਕਰ ਰਹੇ ਨੇ। ਝੂਠ ਤੇ ਝੂਠ ਬੋਲੀ ਜਾ ਰਹੇ ਨੇ, ਆਪਣਾ ਇੱਕ ਗੁਨਾਹ ਛਪਾਉਣ ਲਈ 4-4 ਝੂਠ ਹੋਰ ਬੋਲਦੇ ਨੇ ਔਰ ਬੜੀ ਬੇਸ਼ਰਮੀ ਦੇ ਨਾਲ ਮੀਡੀਆ ਦੇ ਵਿੱਚ ਆ ਕੇ, ਲੋਕਾਂ ਦੇ ਵਿੱਚ ਆ ਕੇ ਝੂਠ ਬੋਲਦੇ ਨੇ। ਸੋ ਇਹ ਜਿਹੜਾ ਤਾਂਡਵ ਸ਼੍ਰੋਮਣੀ ਕਮੇਟੀ ਤੇ ਹੋਰ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਤਾਂਡਵ ਰਚਿਆ ਸਿੱਖਾਂ ਦੇ ਵਿਹੜੇ ਵਿੱਚ, ਇਹ ਤਾਂਡਵ ਨੂੰ ਠੰਡ ਪੈ ਸਕਦੀ ਹੈ। ਔਰ ਜਿਵੇਂ ਬਾਬਾ ਜੀ ਨੇ ਵੀ ਗੱਲ ਕਹੀ ਕਿ ਜਿੰਨੇ ਬੰਦਿਆਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਜ਼ਾ ਦਿੱਤੀ। ਸੋ ਇਹ ਜਿੰਨੇ ਬੰਦੇ ਇਨਵੋਲਵ ਸੀ ਇਹਨਾਂ ਕੰਮਾਂ ਦੇ ਵਿੱਚ, ਬੇਅਦਬੀ ਦੇ ਮਾਮਲੇ ਵਿੱਚ ਜਾਂ ਗੁਰੂ ਕਾ ਗੋਲਕ ਨੂੰ ਖਾਣ ਦੇ ਵਿੱਚ, ਹੜੱਪਣ ਦੇ ਵਿੱਚ, ਇਹ ਕਿਤੇ ਨਾ ਕਿਤੇ ਸਜ਼ਾਵਾਂ ਇਹ ਭੁਗਤ ਵੀ ਰਹੇ ਨੇ। ਜਿਹੜੇ ਬਚ ਗਏ ਨੇ ਉਹ ਵੀ ਭੁਗਤਣਗੇ। ਸਾਨੂੰ ਦਿਓ ਇਜਾਜ਼ਤ, ਧੰਨਵਾਦ।